ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤੈਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖ਼ਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ। ਮਹਾਰਾਜ ਨੇ ਬਹੁਤ ਹੀ ਮਿਹਰ ਕੀਤੀ ਕਿ ਆਪਾਂ ਨੂੰ ਆਪਣੇ ਪਾਵਨ ਦਰਬਾਰ ਦੀ ਹਾਜ਼ਰੀ ਸਤਸੰਗ ਕਰਨ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਤੋ ਆਓ, ਸ਼ਾਮ ਦਾ ਸਮਾਂ ਇਤਿਹਾਸ ਦੀ ਕਥਾ ਦਾ ਸਮਾਂ ਹੈ। ਗੁਰੂ ਅੰਗਦ ਦੇਵ ਜੀ ਮਹਾਰਾਜ ਦੂਸਰੇ ਪਾਤਸ਼ਾਹ ਸਤਿਗੁਰੂ ਜੀ ਦੇ ਅੰਸ਼ ਵੰਸ਼ 12ਵੀਂ ਪੀੜ੍ਹੀ ਵਿੱਚ ਪੈਦਾ ਹੋਏ। ਬਹੁਤ ਹੀ ਸਤਿਕਾਰਯੋਗ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ, ਉਹਨਾਂ ਦੁਆਰਾ ਰਚਿਤ 10 ਪਾਤਸ਼ਾਹੀਆਂ ਦਾ ਜੋ ਇਤਿਹਾਸ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ, ਜਿਸ ਦੀ ਲੜੀਵਾਰ ਕੁਝ ਸਮੇਂ ਤੋਂ ਕਥਾ ਮਾਈ ਭਾਈ ਸਰਵਣ ਕਰਦੇ ਆ ਰਹੇ ਹੋ। ਪੰਚਮ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਪ੍ਰਸੰਗ 5ਵੇਂ ਮਹੱਲੇ ਦੀ ਕਥਾ, ਜੋ ਕੱਲ ਲੜੀ ਤਹਿਤ ਆਪ ਜੀ ਨੇ ਇਹ ਕਥਾ ਸਰਵਣ ਕੀਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਕੀਤਾ। ਬਾਬਾ ਬੁੱਢਾ ਜੀ ਨੇ ਸ੍ਰੀ ਮੁਖ ਵਾਕ ਲਿਆ, ਸੰਗਤ ਨੂੰ ਸਰਵਣ ਕਰਵਾਇਆ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਮਹੱਤਵ ਦੱਸਿਆ ਵੀ ਭਾਈ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਨੀ ਹੈ। ਇਸ ਪਾਵਨ ਸਰੂਪ ਦੀ ਪਾਠ ਦਾ ਫਲ ਕੀ ਹੈ, ਮਰਜ਼ਾਦਾ ਕੀ ਹੈ, ਕਿੰਨਾ ਸਾਡੇ ਅੰਦਰ ਜੋ ਸਤਿਕਾਰ ਹੋਣਾ ਚਾਹੀਦਾ ਹੈ। ਇਹ ਜੋ ਬਾਣੀ ਹੈ ਇਹ ਪਰਮੇਸ਼ਰ ਦਾ ਨਾਮ ਹੈ। ਮਹਾਰਾਜ ਕਹਿੰਦੇ ਨਾਮ ਔਰ ਨਾਮੀ ਦੇ ਵਿੱਚ ਕੋਈ ਭੇਦ ਨਹੀਂ ਹੁੰਦਾ। ਇਸ ਕਰਕੇ ਸ੍ਰੀ ਕਰਤਾਰ ਦੀ ਮੂਰਤ ਕਰਤਾ ਪੁਰਖ ਦਾ ਹੀ ਸਰੂਪ ਹੈ। ਐਸੇ ਬਚਨ ਸਤਿਗੁਰੂ ਜੀ ਨੇ ਕੀਤੇ ਹਨ। ਆਓ ਅਗਲਾ ਇਤਿਹਾਸ ਪ੍ਰੇਮ ਸਤਿਕਾਰ ਦੇ ਸਹਿਤ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ
ਸੰਮਤ ਨਾਨਕ ਸ਼ਾਹੀ ਜੋ, ਇੱਕ ਛੱਤ 35 ਜਾਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਪ੍ਰਕਾਸ਼ ਹੈ ਉਹਦੀ ਤਰੀਕ ਦੱਸ ਰਹੇ ਨੇ ਕਿ ਸੰਮਤ ਨਾਨਕ ਸ਼ਾਹੀ ਜੋ ਭਾਈ ਨਾਨਕ ਸ਼ਾਹੀ ਸੰਮਤ ਹੈ, ਇੱਕ ਛੱਤ 35 ਜਾਨ, 135 ਨਾਨਕ ਸ਼ਾਹੀ ਸੰਮਤ ਜਾਣ ਲਓ। ਤੇ ਹੁਣ ਇਹਦੇ ਨਾਲ ਅੱਗੇ ਵੀ ਆਪ ਜੀ ਨੂੰ ਇਸ ਬਾਰੇ ਵਿਚਾਰ ਸਾਂਝੀ ਕੀਤੀ ਹੈ ਕਿ ਨਾਨਕ ਸ਼ਾਹੀ ਕੈਲੰਡਰ ਜਿਹੜਾ ਹੈ ਬਹੁਤ ਪੁਰਾਤਨ ਸਮੇਂ ਤੋਂ ਹੀ ਪੰਥ ਦੇ ਵਿੱਚ ਚੱਲਦਾ ਆ ਰਿਹਾ ਹੈ। ਜਿਹੜੇ ਹੁਣ ਕੋਈ ਨਾਨਕ ਸ਼ਾਹੀ ਬਣਦੇ ਨੇ ਉਹ ਅਸਲ ਵਿੱਚ ਸਿਰਫ ਐਵੇਂ ਕਲੇਸ਼ੀ ਕੰਮ ਹੈ। ਇਹ ਪੁਰਾਤਨ ਸਮੇਂ ਤੋਂ ਹੈ। ਨਾਨਕ ਸ਼ਾਹੀ ਜਿਹੜਾ ਸੰਮਤ ਹੈ 135 ਹੈ, ਤੇ ਜਿਹੜਾ ਪੁਰਾਤਨ ਬਿਕਰਮੀ ਸੰਮਤ ਹੈ ਜੋ ਜ਼ਿਆਦਾਤਰ ਧਰਮ ਗ੍ਰੰਥਾਂ ਵਿੱਚ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਇੱਕ ਜਗ੍ਹਾ ਬਿਕਰਮੀ ਸੰਮਤ ਦੇ ਤਰੀਕ ਆਈ ਹੈ ਨਾ, ਆਵਨ 78 ਜਾਨ 97। ਇਹ ਬਿਕਰਮੀ ਸੰਮਤ ਦੀ ਹੋਈ ਤਰੀਕ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ। ਫਿਰ ਭਾਈ ਜਿੰਨੇ ਆਪਣੇ ਹੋਰ ਇਤਿਹਾਸਕ ਗ੍ਰੰਥ ਹਨ ਪੁਰਾਤਨ ਉਹਨਾਂ ਵਿੱਚ ਵੀ, ਤੋ ਇਹ ਸੰਤਰੇਣ ਜੀ ਨੇ ਨਾਨਕ ਸ਼ਾਹੀ ਸੰਮਤ ਲਿਆ ਹੈ। ਤੇ ਇਹਦਾ ਇੱਕੋ ਇੱਕ ਤਰੀਕਾ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਦ ਅਵਤਾਰ ਹੋਇਆ ਉਦੋਂ 1526 ਬਿਕਰਮੀ ਸੰਮਤ ਸੀ। ਤੇ ਇਹਦੇ ਮੁਤਾਬਕ ਜਦੋਂ ਵੀ ਆਪਾਂ ਬਿਕਰਮੀ ਸੰਮਤ ਕੱਢਣਾ ਹੈ, ਜਿੰਨਾ ਨਾਨਕ ਸ਼ਾਹੀ ਸੰਮਤ ਹੈ 1526 ਦੇ ਵਿੱਚ ਜੋੜ ਲਓ। 135 ਹੈ ਤੇ 1526 ਦੇ ਵਿੱਚ 135 ਹੋਰ ਜੋੜ ਦਈਏ, 1661 ਬਣ ਜਾਂਦੇ ਆ। ਤਾਂ ਬਿਕਰਮੀ ਸੰਮਤ 1661 ਹੋ ਗਿਆ। ਹੁਣ ਜੇ ਕੋਈ ਕਹੇ ਵੀ ਅੱਜ ਕੱਲ ਮੁਤਾਬਕ ਜੋ ਅੰਗਰੇਜ਼ੀ ਕੈਲੰਡਰ ਹੈ ਈਸਵੀ ਸਨ ਉਹ ਕਿੰਨਾ ਹੋ ਸਕਦਾ ਹੈ, ਤਾਂ ਉਹ 1469 ਦੇ ਵਿੱਚ 135 ਜੋੜ ਲਓ ਤਾਂ ਉਹ ਤਰੀਕ ਨਿਕਲ ਆਉਣੀ ਹੈ। ਇਸ ਕਰਕੇ ਇਹ ਜੋ ਹੈ ਗੁਰਮੁਖੋ ਇਸੇ ਤਰ੍ਹਾਂ ਹੀ ਤਰੀਕ ਜਿਹੜੀ ਹੈ ਉਹ ਨਿਕਲਣੀ ਹੈ। ਜਿਵੇਂ ਫਿਰ 1604 ਬਣ ਜਾਣਾ ਹੈ ਜਿਹੜਾ ਈਸਵੀ ਸਨ, ਜਿਹੜਾ ਜਿਵੇਂ ਅੱਜ ਕੱਲ ਆਪਾਂ 2023, ਤੇ ਇਸ ਮੁਤਾਬਕ ਫਿਰ 1604 ਈਸਵੀ ਸੰਮਤ ਸਨ, 1661 ਬਿਕਰਮੀ ਸੰਮਤ ਤੇ 135 ਨਾਨਕ ਸ਼ਾਹੀ ਸੰਮਤ ਹੈ। ਭਾਦਰ ਸੁਦੀ ਤਿਥ ਏਕ ਮੰਗ, ਗ੍ਰੰਥ ਸਥਾਪਨ ਠਾਨ। ਤੇ ਫਿਰ ਤਰੀਕ ਕਿਹੜੀ ਸੀ ਇਹ ਸੰਨ ਦੀ, ਉਹ ਸਾਰਿਆਂ ਦੀ ਇੱਕੋ ਹੀ ਜਾਣ ਲਓ ਕਿ ਭਾਦਰੋਂ ਸੁਦੀ ਤਿਥ ਏਕ ਮੰਗ, ਭਾਦਰੋਂ ਸੁਦੀ ਏਕਮ। ਹੁਣ ਇਹ ਕਿਵੇਂ ਆਪਾਂ ਨੂੰ ਪਤਾ ਲੱਗੂ ਕਿ ਭਾਦੋਂ ਮਹੀਨੇ ਦੇ ਵਿੱਚ ਜਦੋਂ ਵੀ ਜਿਹੜੀ ਮੱਸਿਆ ਹੈ, ਮੱਸਿਆ ਤੋਂ ਜਿਹੜਾ ਦੂਜਾ ਦਿਨ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਨ ਹੈ। ਇਸ ਕਰਕੇ ਮੱਸਿਆ ਭਾਦਰੋਂ ਮਹੀਨੇ ਵਿੱਚ ਜਿਹੜੇ ਵੀ ਦਿਨ ਆਉਂਦੀ ਹੈ ਉਸ ਦਿਨ, ਜਿਵੇਂ ਹੁਣ ਬਿਲਕੁਲ ਅਖੀਰਲੇ ਦਿਨ ਆ ਰਹੀ ਹੈ ਲਗਭਗ, ਕਿਉਂਕਿ 17 ਦੀ ਤਰੀਕ ਦੀ ਸੰਗਰਾਂਦ ਹੈ ਇਸ ਮਹੀਨੇ ਯਸੂ ਦੀ। ਇਸ ਕਰਕੇ 15 ਨੂੰ ਮੱਸਿਆ ਆ ਗਈ ਤਾਂ ਫਿਰ 16 ਦਾ ਜਿਹੜਾ ਤਿਥ ਬਦਲ ਜਾਂਦੀ ਹੈ, ਭਾਦਰੋਂ ਸੁਦੀ ਹੋ ਗਈ। ਸੁਦੀ ਦੇ ਦਿਨ ਜਿਹਨੂੰ ਚਾਨਣਾ ਪੱਖ ਵੀ ਕਹਿੰਦੇ, ਇੱਕ ਹਨੇਰ ਪੱਖ ਹੈ, ਇੱਕ ਚਾਨਣ ਪੱਖ ਹੈ। ਇਹ ਇਸ ਤਰ੍ਹਾਂ ਤਰੀਕਾ ਨਿਕਲ ਆਉਂਦੀ ਹੈ। ਕੋਈ ਔਖੀ ਗੱਲ ਨਹੀਂ ਹੈ। ਇਹ ਤਾਂ ਹੁਣ ਐਵੇਂ ਉਲਝਣ ਬਾਜ਼ੀਆਂ ਵਿੱਚ ਕੋਈ ਪੈ ਜੇ ਵੱਖਰੀ ਗੱਲ, ਐਵੇਂ ਜਾਣ ਬੁੱਝ ਕੇ ਕੋਈ ਇਹਦੇ ਵਿੱਚ ਔਖ ਨਹੀਂ ਹੈ। ਹੋਰ ਆਪਾਂ ਕਿੰਨਾ ਕੁਝ ਜਾਣਦੇ ਹੀ ਹਾਂ, ਸਿੱਖਦੇ ਹੀ ਹਾਂ ਸਤਸੰਗ ਰੂਪ ਦੇ ਵਿੱਚ, ਇਹ ਚੀਜ਼ ਵੀ ਸਿੱਖ ਸਕਦਾ ਹੈ। ਭਾਦਰ ਸੁਦੀ ਤਿਥ ਏਕ ਮੰਗ, ਤੋ ਭਾਦਰੋਂ ਸੁਦੀ ਏਕਮ ਤਿਥ ਸੀ ਉਸ ਦਿਨ। ਤੇ ਨਾਨਕ ਸ਼ਾਹੀ ਸੰਮਤ
135 है। ਬਿਕਰਮੀ ਸੰਮਤ 1661 ਹੈ। ਗ੍ਰੰਥ ਸਥਾਪਨ ਠਾਨ। ਜੋ ਭਾਈ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਵਿੱਚ ਸਥਾਪਨ ਪ੍ਰਕਾਸ਼ ਕੀਤੇ ਗਏ। ਹਰ ਮੰਦਰ ਦੀਵਾਨ ਮਹਿ ਕਹਿਓ ਮਹਾਤਮ ਸਾਰ। ਹਰ ਮੰਦਰ ਸਾਹਿਬ ਦੇ ਵਿੱਚ ਦੀਵਾਨ ਲਾ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜੋ ਮਹਾਨ ਸ੍ਰੇਸ਼ਟ ਸਾਰਾ ਮਹੱਤਵ ਉਹ ਭਾਈ ਦੱਸਿਆ ਹੈ। ਮੁਖ ਸਿੱਖਨ ਤਬ ਤਹਿ ਸਮੇ ਅਸ ਵਿਦ ਬਿਨੈ ਉਚਾਰ। ਤਾਂ ਮੁਖੀ ਸਿੱਖਾਂ ਨੇ ਫਿਰ ਉਸ ਸਮੇਂ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੇ ਕੋਲ ਬੇਨਤੀ ਕੀਤੀ ਹੈ। ਚੌਪਈ ਹੇ ਗੁਰ ਪਾਠ ਭੋਗ ਜੋ ਅਲਾਇਓ। ਹੇ ਗੁਰੂ ਪਾਤਸ਼ਾਹ ਮਹਾਰਾਜ ਜੀ, ਜੋ ਤੁਸੀਂ ਇਹ ਗੁਰਬਾਣੀ ਪਾਠ ਦੱਸਿਆ ਭੋਗ ਬਾਰੇ ਬਚਨ ਕੀਤੇ ਹਨ, ਹਮ ਅਜਾਨ ਨਹਿ ਸਕੈ ਲਖਾਇਓ। ਅਸੀਂ ਮਹਾਰਾਜ ਜੀ ਅਣਜਾਣ ਹਾਂ, ਪੂਰਨ ਤੌਰ ਤੇ ਜਾਣ ਨਹੀਂ ਸਕੇ। ਸੋ ਕਿਰਪਾ ਕਰ ਦੇਹੁ ਸੁਨਾਏ। ਤੋ ਉਹ ਕਿਰਪਾ ਕਰਕੇ ਸਤਿਗੁਰੂ ਜੀ ਸਾਨੂੰ ਬਚਨ ਸੁਣਾਓ। ਕਰੈ ਸਿੱਖ ਮਨ ਕਾਮਨਾ ਪਾਏ। ਤਾਂ ਕਿ ਜੋ ਸਿੱਖ ਫਿਰ ਤੁਹਾਡੇ ਦੱਸੇ ਮੁਤਾਬਕ ਇਹ ਕਰਮ ਕਰੇ ਤੇ ਮਨ ਕਾਮਨਾ ਪੂਰੀ ਕਰੇ। ਸੁਨੀ ਬਿਨੈ ਜਬ ਦੀਨ ਦਿਆਲਾ। ਜਦੋਂ ਦੀਨ ਦਿਆਲ ਸਤਿਗੁਰੂ ਜੀ ਨੇ ਮੁਖੀ ਗੁਰ ਸਿੱਖਾਂ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਹੋਰ ਮੁਖੀ ਗੁਰ ਸਿੱਖਾਂ ਭਾਈ ਬੰਨੋ ਵਰਗੇ ਮਹਾਂਪੁਰਸ਼ਾਂ ਦੇ ਵਿਚਾਰ ਬੇਨਤੀ ਸੁਣੀ ਬਿਨੈ ਜਬ ਦੀਨ ਦਿਆਲਾ। ਦੀਨਾਂ ਤੇ ਦਿਆਲਤਾ ਕਰਨ ਵਾਲੇ ਸਤਿਗੁਰੂ ਨੇ ਜਦੋਂ ਸਿੱਖਾਂ ਦੀ ਬੇਨਤੀ ਸੁਣੀ ਹੈ। ਅਸ ਬਿਦ ਕੀਨੋ ਬਚਨ ਰਸਾਲਾ। ਇਸ ਤਰ੍ਹਾਂ ਭਾਈ ਰਸਦਾਇਕ ਬਚਨ ਕੀਤੇ। ਹੇ ਸੰਗਤ ਸਭ ਹੀ ਸੁਣ ਲੀਜੈ। ਕਿ ਹੇ ਸੰਗਤ ਜੀ ਭਾਈ ਸਾਰੇ ਹੀ ਸੁਣ ਲਓ। ਤਿੰਨ ਪ੍ਰਕਾਰ ਕਾ ਪਾਠ ਲਖੀਜੈ। ਇਹ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹੈ। ਇਹਦੇ ਤਿੰਨ ਰੂਪ ਹਨ। ਤਿੰਨ ਤਰੀਕਿਆਂ ਸਹਿਤ ਜਾਣ ਲਓ ਕਿ ਪਾਠ ਕੀਤਾ ਜਾਂਦਾ ਹੈ। ਪੁਰਾਤਨ ਸਮੇਂ ਤੋਂ ਇਹ ਤਿੰਨ ਤਰੀਕੇ ਨੇ, ਜਿਨ੍ਹਾਂ ਵਿੱਚੋਂ ਦੋ ਤਾਂ ਆਪਾਂ ਲਗਭਗ ਸਾਰੇ ਸ੍ਰੀ ਅਖੰਡ ਪਾਠ ਸਾਹਿਬ ਤੇ ਸ੍ਰੀ ਸਹਿਜ ਪਾਠ। ਪੁਰਾਤਨ ਜਿਹੜਾ ਸੀ ਇਹ ਸਧਾਰਨ ਪਾਠ ਕਿਹਾ ਤੇ ਹੌਲੀ ਹੌਲੀ ਫਿਰ ਸ਼ਬਦਾਵਲੀ ਜਿਹੜੀ ਹੈ ਉਹ ਬਦਲ ਹੋਈ ਜਾਂਦੀ ਹੈ। ਜਿਵੇਂ ਪਹਿਲਾਂ ਆਮ ਇਹੀ ਕਹਿੰਦੇ ਹੁੰਦੇ ਸੀ ਭਾਈ ਫਲਾਣੇ ਨਗਰ ਜਲੂਸ ਹੈ ਹਨਾ, ਜਾਂ ਗ੍ਰੰਥਾਂ ਵਿੱਚ ਆਉਂਦੇ ਮਹਾਰਾਜ ਜਲੂਸ ਦੀ ਸ਼ਕਲ ਵਿੱਚ ਰੂਪ ਵਿੱਚ ਆਏ। ਉਹ ਹੁਣ ਕੀ ਹੋਇਆ ਵੀ ਲੋਕਾਂ ਨੇ ਸ਼ਬਦ ਗਲਤ ਜੋੜ ਲਏ ਹੋਰ ਪਾਸੇ। ਜਿਵੇਂ ਕਿਸੇ ਦਾ ਮੂੰਹ ਕਾਲਾ ਕਰਨਾ ਵੇ ਹੋਰ ਹਿੰਦੀ ਤੋਂ ਬੇਇੱਜ਼ਤੀ ਹੈ, ਉਹਨੂੰ ਕਹਿਣਾ ਸ਼ੁਰੂ ਕਰਤਾ, ਜਲੂਸ ਕੱਢਤਾ ਉਹਦਾ। ਹਾਲਾਂਕਿ ਜਲੂਸ ਬਹੁਤ ਪਵਿੱਤਰ ਸ਼ਬਦ ਹੈ ਤੇ ਪੁਰਾਤਨ ਸ਼ਬਦ ਇਹੀ ਹੈ, ਜਲੂਸ ਹੀ। ਫੇਰ ਕੀ ਹੋਇਆ ਕਿ ਹੌਲੀ ਹੌਲੀ ਫਿਰ ਇਸ ਸ਼ਬਦ ਨੂੰ ਬਦਲ ਕੇ ਆਪਾਂ ਨਗਰ ਕੀਰਤਨ ਕਹਿਣਾ ਸ਼ੁਰੂ ਕਰਤਾ ਕਿ ਚਲੋ ਇਹ ਸ਼ਬਦ ਵਰਤ ਲਓ। ਉਹ ਉਦੋਂ ਵੀ ਚਲੋ ਵਧੀਆ ਲੱਗਦਾ, ਕਹਿਣ ਦਾ ਭਾਵ ਹੈ ਕਿ ਮਾੜਾ ਨਹੀਂ। ਇਸੇ ਤਰ੍ਹਾਂ ਹੀ ਜਿਹੜਾ ਸੀ ਸਧਾਰਨ, ਉਹ ਅਸਲ ਵਿੱਚ ਸਧਾਰਨ ਕੋਈ ਮਾੜਾ ਲਫ਼ਜ਼ ਨਹੀਂ, ਲੇਕਿਨ ਲੋਕਾਂ ਨੇ ਸਧਾਰਨ ਉਹਨੂੰ ਕਹਿਤਾ ਵੀ ਜਿਵੇਂ ਕੋਈ ਮੰਦ ਬੁੱਧੀ ਹੈ, ਘੱਟ ਬੁੱਧ ਵਾਲਾ ਹੈ, ਉਹਨੂੰ ਹੁਣ ਮੰਦ ਬੁੱਧੀ ਕਹਿਣ ਦੀ ਬਜਾਏ, ਮੰਦ ਦਾ ਭਾਵ ਹੈ ਮਲੀਨ, ਮੰਦ ਬੁੱਧੀ ਕਹਿਣ ਦੀ ਬਜਾਏ ਸਧਾਰਨ ਕਹਿਣਾ ਸ਼ੁਰੂ ਕਰਤਾ। ਉਹ ਬੰਦਾ ਸਧਾਰਨ ਹੈ। ਸਧਾਰਨ ਸ਼ਬਦ ਕੋਈ ਮਾੜਾ ਨਹੀਂ। ਇਸ ਕਰਕੇ ਪੁਰਾਤਨ ਹੁਣ ਕਹਿੰਦਾ ਜਿਹੜਾ ਰਹਿਤ ਮਰਜ਼ਾਦਾ ਉਹਦੇ ਵਿੱਚ ਵੀ ਸਧਾਰਨ ਪਾਠ ਦੀ ਮਰਜ਼ਾਦਾ ਦੱਸੀ। ਕਈ ਕਹਿੰਦੇ ਜੀ ਇਹ ਸਧਾਰਨ ਲਿਖਿਆ, ਸਹਿਜ ਨਹੀਂ। ਸਹਿਜ ਤਾਂ ਜੀਵਨ ਦੀ ਅਵਸਥਾ ਹੈ।
ਤੋ ਰਹੋ ਵਿਚਾਰ। ਫਿਰ ਉਹ ਹੌਲੀ ਹੌਲੀ ਚਲੋ ਜਦੋਂ ਉਧਰ ਜੋੜਤਾ ਸਧਾਰਨ, ਫਿਰ ਆਪਾਂ ਸਹਿਜ ਪਾਠ ਕਹਿਣਾ ਸ਼ੁਰੂ ਕੀਤਾ। ਮਹਾਰਾਜ ਨੂੰ ਪੁੱਛਿਆ, ਮਹਾਰਾਜ ਵੀ ਕਿਸ ਤਰ੍ਹਾਂ ਵਿਧੀ ਆਪ ਜੀ ਦੱਸੋ। ਤਾਂ ਮਹਾਰਾਜ ਕਹਿੰਦੇ 3 ਪ੍ਰਕਾਰ ਕਾ ਪਾਠ ਲਖੀਜੈ। ਗੁਰਬਾਣੀ ਉਹੀ ਹੈ, ਲੇਕਿਨ ਪੜ੍ਹਨ ਦੀ ਗੁਰਬਾਣੀ ਪਾਠ ਦੀਆਂ ਮਰਜ਼ਾਦਾ ਸਹਿਤ 3 ਪ੍ਰਕਾਰ ਦਾ ਸਤਿਗੁਰੂ ਜੀ ਕਹਿੰਦੇ ਜਾਣ ਲਓ। ਏਕ ਅਖੰਡ, ਦੁਤੀਏ ਸਪਤਾਹ। ਇੱਕ ਤਾਂ ਹੈ ਅਖੰਡ। ਅਖੰਡ ਕਿਹਨੂੰ ਕਹਿੰਦੇ? ਖੰਡ ਕਹਿੰਦੇ ਨੇ ਹਿੱਸਾ ਕਰਨਾ, ਟੁਕੜਾ ਕਹਿ ਲੋ, ਹਿੱਸਾ ਕਹਿ ਲੋ, ਪਾਰਟ ਕਹਿ ਲੋ। ਜਦੋਂ ਮੂਹਰੇ ਆੜਾ ਲੱਗ ਗਿਆ ਅਖੰਡ ਬਣ ਜਾਂਦਾ ਹੈ। ਲਗਾਤਾਰ ਅਖੰਡ ਦਾ ਭਾਵ ਹੈ ਜਿਹਦੇ ਪਾਰਟ ਬਣਾ ਕੇ ਨਹੀਂ, ਅਸੀਂ ਲਗਾਤਾਰ ਜੋ ਉਹਨੂੰ ਅਖੰਡ ਪਾਠ, ਲਗਾਤਾਰ ਪਾਠ। ਜਦੋਂ ਪ੍ਰਕਾਸ਼ ਕਰ ਲਿਆ, ਪੜ੍ਹਨਾ ਸ਼ੁਰੂ ਕਰਤੇ ਬਾਣੀ, ਤਾਂ ਲਗਾਤਾਰ ਪੜ੍ਹੀ ਜਾਣੀ ਹੈ। ਇਹਨੂੰ ਕਿਹਾ ਜਾਂਦਾ ਹੈ ਅਖੰਡ ਪਾਠ, ਜੋ ਕਿ ਲਗਭਗ ਜੋ ਫਿਰ ਪੰਥਕ ਮਰਜ਼ਾਦਾ ਦੇ ਅਨੁਸਾਰ 48 ਘੰਟੇ ਦੇ ਅੰਦਰ ਅੰਦਰ ਅਖੰਡ ਪਾਠ ਹੋ ਵੀ ਜਾਂਦਾ ਹੈ। ਸਹਿਜ ਨਾਲ ਵੀ ਜੇ ਆਪਾਂ ਪੜ੍ਹੀ ਚੱਲੀਏ ਬਾਣੀ ਤਾਂ ਹੋ ਜਾਂਦਾ ਹੈ। ਤੋ ਇਤਨਾ ਮਹਾਰਾਜ ਕਹਿੰਦੇ ਭਾਈ ਏਕ ਅਖੰਡ। ਇੱਕ ਤਾਂ ਹੈ ਇਹ ਪਾਠ ਜਿਹਨੂੰ ਅਖੰਡ ਪਾਠ ਕਿਹਾ। ਦੁਤੀਏ ਸਪਤਾਹ, ਦੂਜਾ ਹੈ ਸਪਤਾਹ ਪਾਠ। ਤੇ ਸਪਤਾਹ ਪਾਠ ਕੀ ਹੈ ਉਹ ਵੀ ਸਾਰਾ ਦੱਸਣਗੇ। ਸਪਤਾਹ 7 ਦਿਨ ਦੇ ਵਿੱਚ ਜੋ ਪਾਠ ਹੁੰਦਾ ਹੈ। ਤ੍ਰਿਤੀਯੋ ਨਿਰਬੰਧਨ ਲਖ ਪਾਹਾ। ਤੇ ਤੀਜਾ ਪਾਠ ਹੈ ਨਿਰਬੰਧਨ, ਵੀ ਬਿਨਾਂ ਕਿਸੇ ਮਿੱਥ ਤੋਂ, ਦਿਨ ਮਿਥਿਆਂ ਤੋਂ ਪਾਠ ਕਰਨਾ, ਉਹਨੂੰ ਕਿਹਾ ਜਾਂਦਾ ਹੈ ਨਿਰਬੰਧਨ। ਉਹਨੂੰ ਬੰਧਨ, ਨਿਰਬੰਧਨ ਤੋਂ ਹੀ ਸ਼ਬਦ ਬਣ ਗਿਆ ਸਧਾਰਨ, ਜਿਹਨੂੰ ਆਪਾਂ ਅੱਜ ਕੱਲ ਸਹਿਜ ਪਾਠ ਕਹਿੰਦੇ ਹਾਂ। ਤਿੰਨ ਕੀ ਪ੍ਰਥਕ ਪ੍ਰਥਕ ਮਰਿਆਦਾ। ਇਹਨਾਂ ਦੀ ਭਾਈ ਜੋ ਮਰਿਆਦਾ ਵੱਖਰੀ ਵੱਖਰੀ ਹੈ। ਸੁਨੋ ਸਿੱਖ ਲਹੋ ਮਨ ਅਹਿਲਾਦਾ। ਹੇ ਭਾਈ ਗੁਰ ਸਿੱਖੋ, ਸਰਵਣ ਕਰੋ ਕਿਹੜੀ ਹੈ, ਔਰ ਮਨ ਦੇ ਵਿੱਚ ਆਨੰਦ ਖੁਸ਼ੀ ਪ੍ਰਾਪਤ ਕਰੋ। ਪ੍ਰਥਮ ਅਖੰਡ ਵਿਧੀ ਅਸ ਜਾਨੋ। ਸਭ ਤੋਂ ਪਹਿਲਾਂ ਤਾਂ ਜੋ ਅਖੰਡ ਪਾਠ ਹੈ ਉਸ ਦੀ ਵਿਧੀ ਇਸ ਤਰ੍ਹਾਂ ਜਾਣ ਲਓ। ਜਬ ਚਿੱਤ ਚਾਹੋ ਪਾਠ ਰਖਵਾਨੋ। ਜਦੋਂ ਭਾਈ ਤੁਹਾਡਾ ਚਿੱਤ ਚਾਹਿਆ ਵੀ ਅਸੀਂ ਪਾਠ ਰਖਵਾਉਣਾ ਹੈ। ਜਿਸ ਮੰਦਰ ਮਹਿ ਚੌਹ ਪ੍ਰਕਾਸ਼। ਜਿਸ ਘਰ ਦੇ ਵਿੱਚ, ਜਿਸ ਵੀ ਜਗ੍ਹਾ ਤੇ, ਜਿਸ ਕਮਰੇ ਵਿੱਚ, ਜਿਸ ਸਥਾਨ ਤੇ ਵੀ, ਜੋ ਆਪਾਂ ਲਗਭਗ ਘਰਾਂ ਵਿੱਚ, ਇੱਥੇ ਮੰਦਰ ਦਾ ਅਰਥ ਹੈ ਘਰ, ਜਿੱਥੇ ਵੀ ਭਾਈ ਪ੍ਰਕਾਸ਼ ਕਰਨਾ ਹੈ। ਸਵੱਛ ਕਰੋ ਲੇਪੋ ਸ਼ੋਭ ਰਾਸ। ਉਹਨੂੰ ਸਵੱਛ ਕਰਨਾ ਹੈ, ਸਾਫ਼ ਪਵਿੱਤਰ ਕਰਨਾ ਹੈ ਤੇ ਸ਼ੁਭ ਤਰੀਕੇ ਸਹਿਤ ਲੇਪਨ ਕਰਨਾ ਹੈ। ਕਿਉਂਕਿ ਪੁਰਾਣੇ ਸਮਿਆਂ ਵਿੱਚ ਕੱਚੇ ਹੁੰਦੇ ਸੀ ਕੋਠੇ ਥੱਲਾ ਉੱਤਾ ਸਾਰਾ, ਉਹਨੂੰ ਫਿਰ ਲਿਪ ਲੈਂਦੇ ਸਨ। ਇਸ ਕਰਕੇ ਹੁਣ ਭਾਵੇਂ ਪੱਕੇ ਆ, ਜਿਵੇਂ ਹੁਣ ਦੇਖੋ ਜਿਸ ਕਮਰੇ ਵਿੱਚ ਫਿਰ ਆਪਾਂ ਘਰ ਵਿੱਚ ਪਾਠ ਕਰਵਾਉਣਾ ਹੁੰਦਾ ਉਹਦੀ ਆਪਾਂ ਸਫਾਈ ਕਰਦੇ ਆਂ। ਤੇ ਜੇ ਆਪਾਂ ਨੂੰ ਲੱਗਦਾ ਹੈ ਵੀ ਰੰਗ ਰੋਗਨ ਨਹੀਂ ਠੀਕ, ਉਹ ਵੀ ਕਰਵਾਉਨੇ ਆ। ਤੇ ਚੰਗੀ ਤਰ੍ਹਾਂ ਸਾਫ਼ ਸਫਾਈਆ, ਪੋਚਾ ਵਗੈਰਾ ਸਭ ਕੁਝ ਲੱਗਦਾ ਹੈ ਨਾ। ਉਹ ਸਮੇਂ ਦੇ ਨਾਲ ਹੈ ਸਾਰਾ। ਮਹਾਰਾਜ ਕਹਿੰਦੇ ਪਹਿਲੇ ਇਹ ਤਾਂ ਹੁਣ ਸਾਰੇ ਪਾਠਾਂ ਲਈ ਹੋਈ ਹੈ ਨਾ, ਕਿ ਜਦੋਂ ਵੀ ਸਵੱਛ ਕਰੋ ਲੇਪੋ ਸ਼ੁਭ ਰਾਸ। ਇਸ ਤਰ੍ਹਾਂ ਭਾਈ ਸਵੱਛ ਕਰਨਾ ਹੈ, ਚੰਗੀ ਤਰ੍ਹਾਂ ਲੇਪਨ ਕਰਨਾ ਹੈ। ਸਭ ਪ੍ਰਕਾਰ ਸੇ ਕਰੋ ਸਜਾਵਨ। ਸਾਰੇ ਤਰ੍ਹਾਂ ਕਰਕੇ ਉਸ ਘਰ ਨੂੰ ਸਜਾਉਣਾ ਕਰੋ। ਪੁਨਹ ਗ੍ਰੰਥ ਪ੍ਰਕਾਸ਼ ਕਰਾਵਨ। ਤਾਂ ਫਿਰ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿੱਥੇ ਪ੍ਰਕਾਸ਼ ਕਰਨਾ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਸਮੇਂ
ਅੰਮ੍ਰਿਤ ਕਲਸ਼ ਰੱਖੋ ਤਹ ਆਏ। ਤਾਂ ਉੱਥੇ ਭਾਈ ਅੰਮ੍ਰਿਤ ਕਲਸ਼ ਰੱਖਣਾ ਹੈ ਲਿਆ ਕੇ, ਘੜਾ ਰੱਖ ਲੈਣਾ ਹੈ ਜਲ ਵਾਸਤੇ, ਇਹਨੂੰ ਅੰਮ੍ਰਿਤ ਕਲਸ਼ ਕਿਹਾ ਹੈ। ਪੁਸ਼ਪ ਦੀਪ ਔ ਧੂਪ ਤੁਖਾਏ। ਇਹ ਵੀ ਜਾਣਨਾ ਵੀ ਜਿਹੜਾ ਕੁੰਭ ਹੈ ਨਾ, ਕੁੰਭ ਨਾਮ ਹੀ ਘੜੇ ਦਾ ਹੈ। ਹੁਣ ਅਸੀਂ ਕਰਦੇ ਆਂ ਕਈ ਵਾਰ ਸਟੀਲ ਦੀ ਗਾਗਰ ਰੱਖਤੀ ਜਾਂ ਕੋਈ ਸਟੀਲ ਦਾ ਭਾਂਡਾ ਰੱਖਤਾ, ਕਹਿੰਦੇ ਕੁੰਭ ਦਾ ਜਲ ਰੱਖ ਲਓ। ਕੁੰਭ ਕਿਵੇਂ ਹੋ ਗਿਆ ਜੀ? ਉਹ ਜਾਂ ਕੈਨੀ 'ਚ ਪਾ ਕੇ ਰੱਖਤਾ ਉੱਥੇ, ਤੇ ਉਹਨੂੰ ਕੁੰਭ ਤਾਂ ਘੜੇ ਨੂੰ ਕਹਿੰਦੇ ਆ, ਕੋਰਾ ਮਿੱਟੀ ਦਾ। ਉਹਦੇ ਤਾਂ ਅੱਜ ਵਿਗਿਆਨੀ ਵੀ ਕਹਿੰਦੇ ਨੇ ਉਹਦੇ ਤੱਤ ਨੇ ਜੀਵਨ ਦੇ। ਤੋ ਇਸ ਕਰਕੇ ਬਾਕੀ ਗੁਰੂ ਮਹਾਰਾਜ ਦੀ ਬਾਣੀ ਹੈ ਨਾ, ਬਾਣੀ ਦਾ ਜਲ ਤੇ ਸਭ ਤੋਂ ਵੱਧ ਅਸਰ ਹੁੰਦਾ ਹੈ। ਇਸ ਕਰਕੇ ਫਿਰ ਉਹ ਜਿਹੜਾ ਅਸਲ ਕੁੰਭ ਜੇ ਰੱਖਣਾ ਹੈ ਨਾ, ਆਪਾਂ ਰੱਖਦੇ ਆ ਤਾਂ ਉਹ ਲਿਆ ਕੇ ਜਿਹੜਾ ਕੋਰਾ ਘੜਾ ਹੈ ਉਹ ਹੀ ਰੱਖਣਾ ਚਾਹੀਦਾ ਹੈ। ਤੇ ਉਹ ਦੇਖ ਲਓ ਤੁਸੀਂ, ਫਿਰ ਉਹ ਥੱਲੇ ਕੱਕਾ ਰੇਤਾ ਪਾ ਦਿੰਦੇ ਹੁੰਦੇ ਬੱਠਲ ਵਿੱਚ, ਜਾਂ ਊਂ ਰੱਖ ਦੇਣਾ ਕਿਸੇ। ਉਹਦਾ ਭਾਵ ਹੁੰਦਾ ਸੀ ਜਿਹੜਾ ਕੋਰਾ ਘੜਾ ਉਹਦੇ ਵਿੱਚੋਂ ਥੋੜਾ ਥੋੜਾ ਜਲ ਸਿਮਦਾ ਹੈ, ਉਹ ਸਿਮਦਾ ਤਾਂ ਰੇਤੇ ਵਿੱਚ ਜਜ਼ਬ ਹੋਈ ਜਾਂਦਾ ਉਹਨਾਂ ਕੁ। ਫਿਰ ਉਹ ਨਾਲ ਕਿ ਜੌਂ ਵਗੈਰਾ ਰੱਖ ਦਿੱਤੇ, ਉਹ ਹਰੇ ਹੋ ਜਾਂਦੇ ਆ ਦਾਣੇ। ਤੇ ਇਸ ਕਰਕੇ ਉਹ ਹੋਰ ਇੱਕ ਤਰ੍ਹਾਂ ਦੀ ਸਜਾਵਟ ਵੀ ਹੈ, ਸਾਰਾ ਕੁਝ ਹੀ ਹੈ, ਹਰੇ ਬਾਈ ਹੈ, ਕੁਛ ਲਾ ਲਓ। ਉਹ ਉਸੇ ਜਲ ਨਾਲ ਹੀ ਉਹਨਾਂ ਨੂੰ ਸਲਾਬ ਜੀ ਹੋ ਕੇ ਹਰੇ ਹੋ ਜਾਂਦੇ। ਤੇ ਇਹ ਜਿਹੜਾ ਮਹਾਰਾਜ ਕਹਿੰਦੇ ਭਾਈ ਅੰਮ੍ਰਿਤ ਕਲਸ਼ ਰੱਖੋ ਤਹ ਆਏ, ਉਹ ਲਿਆ ਕਰਕੇ ਘੜਾ ਕੋਰਾ ਅੰਮ੍ਰਿਤ ਕਲਸ਼ ਜਲ ਭਰ ਕਰਕੇ ਰੱਖਣਾ ਹੈ। ਪੁਸ਼ਪ ਦੀਪ ਔ ਧੂਪ ਤੁਖਾਏ। ਫਿਰ ਭਾਈ ਪੁਸ਼ਪ ਦੀਪ, ਸੋਹਣੇ ਫੁੱਲ, ਦੀਪ, ਦੀਵਾ ਔਰ ਧੂਫ ਇਹ ਲਾਉਣੀ ਹੈ। ਪੁਸ਼ਪ ਦੀਪ ਜੋਤ ਇਤਿਆਦਿਕ ਜੋ ਲਗਾਈ ਜਾਂਦੀ ਹੈ। ਪੰਚਾਮ੍ਰਤ ਕਰ ਤਿਆਰ ਧਰੀਜੈ। ਫਿਰ ਕੜਾ ਪ੍ਰਸ਼ਾਦ ਪੰਚਾਮ੍ਰਤ, ਪੰਚ ਅੰਮ੍ਰਿਤ, ਸ੍ਰੇਸ਼ਟ ਅੰਮ੍ਰਿਤ। ਤਿਹਾਵਲ ਵੀ ਲਿਖਿਆ, ਪੰਚਾਮ੍ਰਿਤ ਵੀ ਲਿਖਿਆ, ਕੜਾ ਪ੍ਰਸ਼ਾਦ ਇਹ ਤਿਆਰ ਕਰਕੇ ਧਰਨਾ ਹੈ। ਪਾਠੀ 4 6 8 ਬਨੀਜੈ। ਤੇ ਫਿਰ ਪਾਠੀ ਸਿੰਘ 4 ਹੈ, 6 ਹੈ, 8 ਹੈ, ਇਸ ਤਰ੍ਹਾਂ ਬਣਾ ਲੈਣੇ ਹਨ। ਫਿਰ ਉਹ ਹੌਲੀ ਹੌਲੀ ਪੰਜਾਂ ਦੀ, ਕਿਉਂਕਿ ਪੰਜਾਂ ਨੂੰ ਜ਼ਿਆਦਾ ਪ੍ਰਧਾਨਤਾ ਰੂਪ ਹੋਣ ਕਰਕੇ 5 ਵੀ ਚੱਲੇ। ਪਹਿਲਾਂ 4 ਜਾਂ 6 ਜਾਂ 8 ਵੀ ਪਾਠੀ ਸਿੰਘ ਲਾ ਲਏ ਜਾਂਦੇ ਸੀ, ਵੱਧ ਵੀ ਹੋ ਜਾਂਦੇ ਉਹ ਜਿਹੜੇ। ਤੇ ਇਸ ਤਰ੍ਹਾਂ ਮਰਜ਼ਾਦਾ ਦੇ ਸਹਿਤ, ਸਹਿਤ ਕੇਸ ਇਸ਼ਨਾਨ ਕਰੈ ਸੋ। ਉਹ ਭਾਈ ਸਹਿਤ ਕੇਸੀ ਇਸ਼ਨਾਨ ਕਰਨ। ਫੇਰ ਇਹ ਹੈ, ਹੁਣ ਤਾਂ ਇਉਂ ਹੋ ਗਿਆ ਵੀ ਇਹ ਕਹਿੰਦੇ ਵੀ ਅੱਗੇ ਪਹਿਲਾਂ ਆਪਾਂ ਵੇਖਦੇ ਰਹੇ ਹਰ ਰੌਲ ਤੇ ਪਾਠੀ ਇਸ਼ਨਾਨ ਕਰਕੇ ਬਹਿੰਦਾ ਸੀ, ਹੁਣ ਤਾਂ ਬਹਿੰਦੇ ਹੀ ਨਹੀਂ ਹੈ। ਹੁਣ ਉਹ ਕਾਰਨ ਕੀ ਹੋ ਗਿਆ ਵੀ ਪਾਠੀ ਬਹੁਤ ਘੱਟ ਹੈ। ਤੇ ਹੁਣ ਤਾਂ ਕਹਿ ਕੇ ਦੇਖ ਲਓ, ਕਹਿੰਦੇ ਚੰਗਾ ਆ ਅਸੀਂ ਨਹੀਂ ਆਉਂਦੇ। ਤੇ ਨਹਾਉਂਦੇ ਤਾਂ ਕਰਮ ਵਾਲਾ ਹੀ ਹੈ ਕੋਈ, ਜਿਹੜਾ ਨਹੀਂ ਕਹਿੰਦੇ ਨਹਾਤੇ ਤਾਂ ਹੋਏ ਆ। ਤੇ ਰਾਤ ਨੂੰ ਵੀ ਕਈ ਵਾਰ ਵੇਖਿਆ ਕੁਝ ਘੰਟਾ 2 ਘੰਟੇ ਸੌਂ ਕੇ, ਉਹ ਕਹਿੰਦੇ ਬਿੰਦ ਕੋਈ ਤਾਂ ਰੌਲ ਲਾਈ ਹੈ, ਨਹਾ ਕੇ ਹੀ ਲਾਈ ਸੀ ਉਦੋਂ, ਹੁਣ ਜੇ ਘੰਟਾ ਪੈ ਗਏ ਫਿਰ ਕੀ ਹੋ ਗਿਆ। ਲੇਕਿਨ ਪਹਿਲਾਂ ਆਪਾਂ ਦੇਖਦੇ ਰਹੇ ਹਾਂ ਘਰਾਂ 'ਚ, ਤੁਸੀਂ ਸਾਰੇ ਪਾਠ ਕਰਾਉਂਦੇ, ਪਾਠੀ ਸਿੰਘ ਕੇਸੀ ਇਸ਼ਨਾਨ ਕਰਕੇ, ਤੇ ਜਿਹੜੇ ਪਰਿਵਾਰ ਵਾਲੇ ਹੁੰਦੇ ਸੀ ਉਹਨਾਂ ਨੇ ਪਾਣੀ ਗਰਮ ਕਰਕੇ ਰੱਖਣਾ, ਸਾਰਾ ਕਰਨਾ। ਹੁਣ ਉਹ ਜਿਹੇ ਪਰਿਵਾਰ ਵਾਲੇ ਹੋ ਗਏ। ਇੱਕ ਵਾਰੀ ਪਾਠੀ ਸਿੰਘ ਦੱਸਣ ਵੀ ਸ਼ਹਿਰ ਪਾਠ ਕੀਤਾ ਕਹਿੰਦੇ, ਤੇ ਉਹ ਘਰ ਵਾਲਿਆਂ ਨੇ ਚਾਹ ਬਣਾਉਣਾ, ਉਹਨਾਂ ਨੇ ਥਰਮੋਸ 'ਚ ਪਾ ਕੇ ਰੱਖਤੀ। ਜਿਹਨੇ ਭਾਈ ਉੱਠਣਾ ਆਪਦਾ, ਦੇਖੋ ਤੁਹਾਨੂੰ ਦੇਣੇ ਪੈਸੇ, ਆਪਦੇ ਅਲਾਰਮ ਲਾ ਲਓ ਮੋਬਾਈਲਾਂ 'ਚ, ਇੱਕ ਦੂਜੇ ਨੂੰ ਠਾਓ, ਚਾਹੇ ਸਾਨੂੰ ਨਾ ਤੁਸੀਂ ਤੰਗ ਕਰਿਓ। ਆ ਚਾਹ ਕੀਤੀ ਪਈ ਹੈ ਆਪਦੀ, ਇਹਦੇ 'ਚੋਂ ਪਾ ਕੇ ਪੀ ਚੱਲੋ ਤੇ ਬੈਠੀ ਚੱਲੋ। ਇਸ ਤਰ੍ਹਾਂ ਹੁਣ ਲੋਕਾਂ 'ਚ ਵੀ ਸਤਿਕਾਰ ਘਟ ਗਿਆ, ਦੋਨੇ ਪਾਸੇ ਹੀ ਘਾਟਾਂ ਪੈ ਗਈਆਂ ਨੇ। ਇਹ ਨਹੀਂ ਹੈ ਵੀ ਇੱਕ ਪਾਸਾ ਹੀ ਹੈ।
ਉਹ ਫਿਰ ਜਦੋਂ ਨਾ ਕੋਈ ਸੁਣਦਾ ਨਾ ਕੋਈ ਬਹਿੰਦਾ, ਫਿਰ ਪਾਠੀ ਵੀ ਕਹਿੰਦੇ ਵੀ ਅਸੀਂ ਵੀ ਉਹੋ ਜਿਹਾ ਕੁਛ ਹੀ ਕਰ ਦਿੰਦੇ ਆ। ਇਸ ਕਰਕੇ ਘਾਟ ਜਿਹੜੀ ਹੈ, ਕੱਲ ਵੀ ਗੱਲ ਕੀਤੀ ਸੀ, ਕਥਾ ਦੇ ਵਿੱਚ ਹੀ ਆ ਜਾਂਦੀ ਹੈ ਗੱਲ ਭਾਈ, ਇਹ ਕਮੀਆਂ ਜਿਹੜੀਆਂ ਨੇ, ਇਸੇ ਕਰਕੇ ਹੁਣ ਆਪਾਂ ਨੂੰ ਫਲ ਨਹੀਂ ਮਿਲਦਾ ਕਰਮ ਕੀਤੇ ਦਾ, ਹੋਰ ਤਾਂ ਕੁਛ ਨਹੀਂ ਹੈ, ਕਿਉਂਕਿ ਸਾਡੇ ਵੱਲੇ ਭਾਵਨਾ ਨਹੀਂ ਹੈ। ਜੇ ਅਸੀਂ ਹੁਣ ਪੂਰੀ ਭਾਵਨਾ ਨਾਲ, ਹੁਣ ਪਹਿਲਾਂ ਆਪਾਂ ਆਮ ਸੁਣਨਾ ਵੀ ਭਾਈ ਪਾਠੀ ਸਿੰਘਾਂ ਦੀ ਵੱਧ ਤੋਂ ਵੱਧ ਸੇਵਾ ਕਰ ਲਓ, ਉਨਾ ਫਲ ਮਿਲੂ। ਹੁਣ ਤਾਂ ਕੋਈ ਪ੍ਰਸ਼ਾਦਾ ਛਕਾ ਕੇ ਹੱਥ ਧਵਾਉਣ ਨੂੰ ਤਿਆਰ ਨਹੀਂ ਹੈ, ਚੁਲਾ ਕਰਾਉਣ ਨੂੰ ਕੋਈ ਤਿਆਰ ਨਹੀਂ, ਕਿਉਂਕਿ ਕੁਦਰਤੀ ਆ ਹੁਣ ਉਹ ਜਿਹੇ ਪ੍ਰਬੰਧ, ਟੂਟੀਆਂ ਸ਼ੈਂਕ ਵਗੈਰਾ ਲੱਗ ਗਏ, ਉੱਥੇ ਤੌਲੀਆ ਟੰਗਿਆ ਹੁੰਦਾ ਵੀ ਬਾਬਾ ਉੱਠੋ ਆਪਦਾ, ਉੱਥੇ ਉਹ ਕੋਲੇ ਹੀ ਹੈ ਤੇਰੇ, ਤੈਨੂੰ ਇੱਕ ਦਿਨ ਦੱਸਦਾ ਤੋਂ ਬਾਅਦ ਧੋ ਲਿਆ ਕਰ। ਫਿਰ ਕਹਿਣਗੇ ਅਰਦਾਸ, ਇਹ ਆਪ ਜੀ ਨਾਲ ਗੱਲ ਸਾਂਝੀ ਕੀਤੀ ਤਾਂ ਮੈਂ ਵੀ ਘੱਟੋ ਘੱਟ ਜਿਹੜੇ ਕਥਾ ਸੁਣਦੇ ਹੋ ਤੁਸੀਂ ਤਾਂ ਨਾ ਇਹ ਕੰਮ ਕਰਿਓ ਵੀ ਪਾਠੀ ਸਿੰਘ ਨੂੰ ਗੁਰਮੁਖੋ ਤੁਸੀਂ ਪ੍ਰਸ਼ਾਦਾ ਛਕਾ ਕੇ ਜਾਂ ਚਾਹ ਪਾਣੀ ਛਕਾਉਣਾ, ਜੋ ਉਹਦੇ ਉੱਥੇ ਬੈਠੇ ਦੇ ਹੱਥ ਧਵਾਓ, ਫੇਰ ਹੀ ਉਹ ਅਰਦਾਸ ਕਰੂ। ਜਦੋਂ ਉੱਠੀ ਖੜਿਆ ਉਹ, ਫੇਰ ਉਹਨੇ ਕੀ ਅਰਦਾਸ ਕਰਨੀ ਹੈ? ਕਿਉਂਕਿ ਜੇ ਪ੍ਰਸ਼ਾਦਾ ਛਕਿਆ, ਉਹਨੇ ਪ੍ਰਸ਼ਾਦਾ ਛਕ ਕੇ ਉੱਠ ਕੇ ਆਦਾ ਉੱਥੋਂ ਛੈਂਕ ਤੇ, ਚਲੋ ਉਹਨੂੰ ਤਾਂ ਕੋਈ ਨਹੀਂ, ਉਹ ਧੋ ਲੂਗਾ, ਫਿਰ ਮੁੜ ਕੇ ਕਹੋ ਅਰਦਾਸ ਉਹਨੂੰ ਦੁਆਰੇ ਤਾਂ ਖੜਨੂ ਨੇ। ਉੱਥੇ ਬੈਠਾ ਹੀ ਉਹ ਚੁਲਾ ਕਰਕੇ ਅਰਦਾਸ ਬੇਨਤੀ ਕਰਕੇ ਉੱਠੇਗਾ, ਤੁਹਾਡੇ ਪਰਿਵਾਰ ਦੀ ਸੁੱਖ ਮੰਗੇਗਾ, ਤੁਹਾਡੇ ਹੋਰ ਕਾਰੋਬਾਰਾਂ ਦੀ ਸੁੱਖ ਮੰਗੇਗਾ। ਤੇ ਸਾਰਾ ਇਸ ਤਰ੍ਹਾਂ ਜਿਹੜੀ ਹੈ ਇਹ ਭਾਵਨਾ ਰੱਖਣੀ ਚਾਹੀਦੀ ਹੈ। ਜਦੋਂ ਅਸੀਂ ਪੂਰਨ ਭਾਵਨਾ ਰੱਖਾਂਗੇ, ਫਿਰ ਇਹ ਹਾਲਾਤ ਵੀ ਇਹੋ ਜਿਹੇ ਬਣ ਗਏ ਆ ਕਿ ਬਹੁਤ ਜ਼ਿਆਦਾ ਦੇਖੋ ਹੋਰ ਖਰਚੇ ਕਰਦਾ ਕਰਦਾ ਸਾਰਿਆਂ ਨੂੰ ਵੱਧ ਇੱਥੇ ਆ ਕੇ ਰੌਲਾ ਪੈਣਾ ਵੀ 100 ਰੁਪਈਆ ਵੀ ਜਿਹੜਾ ਹੈ ਜੇ ਪਾਠੀ ਸਿੰਘ ਨੇ ਹੋਰ ਜ਼ਿਆਦਾ, ਤਾਂ ਉੱਥੇ ਲੜਾਈ ਸ਼ੁਰੂ ਹੋ ਜਾਂਦੀ ਹੈ। ਇਹ ਇੰਨੀ ਭੇਟਾ, ਕਿੰਨਾ ਕੁ ਫਰਕ ਪੈਣਾ ਹੁੰਦਾ। ਤੇ ਪਰ ਉੱਥੇ ਜਾ ਕੇ ਇਹੋ ਜਿਹਾ ਕਥਾ ਕੀਰਤਨੀਆਂ ਪਾਠੀ ਸਿੰਘਾਂ ਨਾਲ ਬਹੁਤ ਐਸਾ ਕੁਝ ਹੁੰਦਾ ਹੈ। ਤੇ ਇਹ ਕਹਿਣ ਦਾ ਭਾਵ ਹੈ ਕਿ ਉਹ ਜਿਹੜਾ ਉਧਰ ਕਮੀ ਹੈ ਉਹ ਵੀ ਦੂਰ ਕਰਨ। ਪਾਠੀ ਸਿੰਘ ਦਾ ਵੀ ਫਰਜ਼ ਹੈ ਇਸ਼ਨਾਨ ਕਰਕੇ ਬੈਠਣਾ ਤੇ ਪੂਰਨ ਧਿਆਨ ਦੇ ਨਾਲ ਇਕਾਗਰ ਹੋ ਕਰਕੇ ਬਾਣੀ ਪੜ੍ਹਨੀ। ਇੱਥੋਂ ਤੱਕ ਵੀ ਚਲੋ ਨਹੀਂ, ਇਹਦਾ ਉਹਨਾਂ ਦੀ ਭਾਵਨਾ ਹੈ, ਗੁਰੂ ਮਹਾਰਾਜ ਤਾਂ ਸੁਣ ਰਹੇ ਹੈ ਨਾ, ਮਹਾਰਾਜ ਤਾਂ ਹਾਜ਼ਰ ਨਾਜ਼ਰ ਹੈ, ਆਪ ਦਾ ਆਨੰਦ ਜੀਵਨ ਦਾ ਲਿਆ ਜਾਵੇ ਕਿ ਹੋਰ ਨਹੀਂ ਕੋਈ ਆਪਾਂ ਨਾਲ ਉਚਾਰਨ ਕਰਕੇ ਕੰਨਾਂ ਨਾਲ ਸਰਵਣ ਕਰੀ ਚੱਲੀਏ ਤਾਂ ਗੁਰਬਾਣੀ ਕਿਰਪਾ ਮਹਾਰਾਜ ਦੀ ਪੜਨ ਵਾਲੇ ਤੇ ਬਹੁਤ ਕਿਰਪਾ ਹੋਵੇਗੀ। ਜਿੰਨੀ ਭਾਵਨਾ ਨਾਲ ਪੜ੍ਹ ਲਵੇਗਾ ਤੇ ਗਾਂ ਪਰਿਵਾਰ ਵਾਲਾ ਉਹ ਜਿੰਨੀ ਭਾਵਨਾ ਨਾਲ ਸੇਵਾ ਕਰ ਲੂ, ਗੁਰੂ ਮਹਾਰਾਜ ਦਾ ਸਤਿਕਾਰ ਕਰ ਲੂ, ਉਹਨੂੰ ਓਡਾ ਫਲ ਮਿਲ ਜੂ। ਇਸ ਕਰਕੇ ਹੁਣ ਇਹ ਕਮੀਆਂ ਜਿਹੜੀਆਂ ਨੇ ਸਭ ਪਾਸੇ ਹੋਈਆਂ ਤੇ ਜੀਵਨ ਵਿੱਚ ਤਾਂ ਹੀ ਕੋਈ ਬਦਲਾਅ ਨਹੀਂ ਹੈ, ਕੋਈ ਆਪਾਂ ਨੂੰ ਫਲ ਦੀ ਪ੍ਰਾਪਤੀ ਨਹੀਂ ਹੁੰਦੀ। ਇਹ ਸਾਰੇ ਇਹ ਕਮੀਆਂ ਕਰਕੇ ਹੈ। ਤੋ ਪੰਚਾਮ੍ਰਿਤ ਕਰ ਤਿਆਰ ਧਰੀਜੈ, ਪਾਠੀ 4 6 8 ਬਨੀਜੈ, ਸਹਿਤ ਕੇਸ਼ ਇਸ਼ਨਾਨ ਕਰੈ ਸੋ। ਕੋ ਸਹਿਤ ਕੇਸ਼ੀ ਇਸ਼ਨਾਨ ਕਰਨ, ਪੁਨ ਪੋਸ਼ਾਕ ਪਵਿੱਤਰ ਧਰੈ ਸੋ। ਫਿਰ ਜਿਹੜੀ ਪੁਸ਼ਾਕ ਹੈ ਉਹ ਪਵਿੱਤਰ ਉਸ ਹਿਸਾਬ ਨਾਲ ਰੱਖੀ ਹੋਵੇ ਕਿ ਉਹ ਅੱਗੇ ਪੁਰਾਤਨ ਪਾਠੀ ਜਿਹੜੇ ਸੀ ਉਹ ਰੌਲ ਵਾਲਾ ਚੋਲਾ ਸਾਹਿਬ ਅਲੱਗ ਰੱਖਦੇ, ਉਹ ਜਦੋਂ ਜਾਣਾ ਮਹਾਰਾਜ ਕੋਲੇ ਉਹ ਪਾ ਲੈਣਾ, ਉਦੋਂ ਬਾਅਦ ਵਰਦੀ ਦੂਸਰਾ ਹੋਰ ਪਾ ਲੈਣੇ ਆ ਚੋਲੇ, ਇਉਂ ਵੀ ਸੀ। ਤੇ ਉਹ ਜਿਹੜੀ ਪੁਸ਼ਾਕ ਹੈ ਉਹ ਵੀ ਆਪਣੀ ਪਵਿੱਤਰ ਕੋਲ ਰੱਖਣੀ ਹੈ। ਬਾਣੀ ਕੇ ਅਭਿਆਸੀ ਜੋਈ, ਫਿਰ ਉਹ ਪਾਠੀ ਭਾਈ ਬਾਣੀ ਦੇ ਅਭਿਆਸੀ ਹੋਣੇ ਚਾਹੀਦੇ ਆ, ਸ਼ੁੱਧ ਉਚਾਰਨ ਹੋਣਾ ਚਾਹੀਦਾ ਕਿ ਕਿੱਥੇ ਲਾਂ ਕਿੱਥੇ ਦੁਲਾਂ ਹੈ, ਇਹ ਸਾਰਾ ਕੁਝ ਕਿ ਜਿਹੜਾ ਔਂਕੜ ਹੈ ਉਹਦਾ ਉਚਾਰਨ ਕੀ ਹੈ, ਸਿਹਾਰੀ ਬਿਹਾਰੀ ਦਾ ਉਚਾਰਨ ਕੀ ਹੈ, ਤੇ ਕਿਹੜੀ ਲਾਂ ਨੂੰ ਲੰਮਾ ਲੈ ਕੇ ਜਾਣਾ ਹੈ, ਹਾਹੇ ਦਾ ਔਂਕੜ ਉਹ ਕਿਵੇਂ ਉਚਾਰਨਾ ਹੈ। ਇੱਕ ਦਿਨ ਗੱਲ ਸਾਂਝੀ ਕੀਤੀ ਸੀ ਨਾ ਕਿ ਹੋੜਾ ਰੂਪ ਨਹੀਂ ਉਹਨੂੰ ਉਚਾਰਨਾ। ਇਹ ਸਾਰੇ ਜਿਹੜੇ ਹਨ ਧਿਆਨ ਰੱਖਣਾ ਪੈਣਾ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਗੁਰਬਾਣੀ ਜਦੋਂ ਆਪਾਂ ਪੜ੍ਹਦੇ ਹਾਂ ਤੇ ਹੁਣ ਆਮ ਤੌਰ ਤੇ ਹਾਹੇ ਨੂੰ ਦੁਲੈਂਕੜ ਉਹਨੂੰ ਪਾਠੀ ਹੂੰ ਪੜ੍ਹਦੇ ਆ, ਬਿੰਦੀ ਜਾਂ ਟਿੱਪੀ ਆਪਦੇ ਕੋਲੋਂ ਲਾ ਲੈਂਦੇ ਆ, ਹੂ ਦੀ ਜਗ੍ਹਾ ਤੇ ਹੂੰ। ਕਈ ਜਗ੍ਹਾ ਤੇ ਟਿੱਪੀ ਲੱਗੀ ਹੈ
ਨਹੀਂ ਲੱਗੀ। ਇਸ ਕਰਕੇ ਹੁਣ ਉਹ ਫਿਰ ਕਹਿੰਦੇ ਆ ਜੀ ਅਰਥ ਤਾਂ ਐ ਹੋਣਗੇ। ਉਹ ਭਾਈ ਉਹ ਕਥਾਵਾਚਕ ਦਾ ਕੰਮ ਹੈ। ਉਹ ਜਦੋਂ ਉਹਦੀ ਕਥਾ ਹੋਣੀ ਆ ਉਹ ਆਪੇ ਦੱਸੂ ਵੀ ਇਹਦੇ ਅਰਥ ਕੀ ਨੇ। ਲੇਕਿਨ ਪੜਨ ਮੌਕੇ ਐਵੇਂ ਹੀ ਆਪਦੇ ਕੋਲੋਂ ਬਿੰਦੀਆਂ ਆਪਦੇ ਕੋਲੋਂ ਹੀ ਲਾਈ ਜਾਣਾ ਜਿੱਥੇ ਜੀ ਕੀਤਾ, ਇਹ ਨਹੀਂ ਠੀਕ। ਇਹ ਕੰਮ ਜਿਹੜਾ ਹੈ ਇਹ ਕਥਾਵਾਚਕ ਦਾ ਹੈ ਕਿ ਜਦੋਂ ਉਸ ਸ਼ਬਦ ਦੀ ਕਿਸੇ ਨੇ ਕਥਾ ਜਾਂ ਕੋਈ ਵੀ ਕਰੇ ਉਦੋਂ ਉਹ ਦੱਸੂ ਵੀ ਭਾਈ ਇੱਥੇ ਇਹਦੇ ਅਰਥ ਭਾਵ ਇਉਂ ਲੈਣ। ਤੋ ਇਹ ਜਿਹੜਾ ਹੈ ਜਿੱਥੇ ਕਿਤੇ ਅਰਥਾਂ ਦਾ ਅਨਰਥ ਹੁੰਦਾ ਹੈ ਉੱਥੇ ਫਿਰ ਸੰਥਿਆ ਵਿੱਚ ਦੱਸਿਆ ਜਾਂਦਾ ਹੈ। ਜਿਵੇਂ ਗੱਗਾ ਲੱਲੇ ਵਿਹਾਰੀ, ਇਹਨੂੰ ਗਲੀ ਵੀ ਉਚਾਰਿਆ ਗਿਆ। ਆਪਾਂ ਕਹਿੰਦੇ ਆ ਬੀਹੀ ਗਲੀ ਰਸਤਾ, ਤੇ ਇਹਨੂੰ ਗੱਲੀ ਵੀ ਉਚਾਰਿਆ, ਗੱਲੀ ਗੱਲਾਂ ਬਾਤਾਂ, ਤੇ ਗਲੀ ਗਲ ਨੂੰ ਵੀ ਕਹਿ ਦਿੰਦੇ ਆ। ਇਸ ਕਰਕੇ ਉਹ ਫਿਰ ਜਦੋਂ ਇਹ ਤਾਂ ਸੰਥਿਆ ਹੋਊਗੀ ਉਦੋਂ ਪਤਾ ਲੱਗਣਾ। ਇਹ ਕਿੰਨਾ ਮਰਜੀ ਕੋਈ ਪੜ੍ਹਿਆ ਹੋਵੇ, ਪੰਜਾਬੀ ਦਾ ਭਾਵੇਂ ਕੋਈ ਮਾਹਰ ਹੋਵੇ, ਕੁਛ ਵੀ ਹੈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, 10ਵੇਂ ਪਾਤਸ਼ਾਹ ਮਹਾਰਾਜ ਦੀ ਜੋ ਬਾਣੀ ਹੈ ਨਾ, ਇਹ ਬਿਨਾਂ ਸੰਥਿਆ ਤੋਂ ਸ਼ੁੱਧ ਉਚਾਰਨ ਨਹੀਂ ਹੋ ਸਕਦਾ। ਇਹ ਤਾਂ ਭਾਈ ਗੁਰਮੁਖਾਂ ਕੋਲੋਂ ਗੁਰੂ ਘਰ ਦੇ ਵਿੱਚ ਸੰਥਿਆ ਹੀ ਜ਼ਰੂਰੀ ਹੈ। ਬਾਣੀ ਕੇ ਅਭਿਆਸੀ ਜੋਈ, ਪਾਠੀ ਸਿੰਘ ਉਹ ਜਿਹੜੇ ਭਾਈ ਬਾਣੀ ਦੇ ਅਭਿਆਸੀ ਹੋਣ। ਪਾਠੀ ਨਾਮ ਤਿਸੀ ਕੋ ਹੋਈ। ਮਹਾਰਾਜ ਕਹਿੰਦੇ ਸੰਗਤ ਜੀ ਉਸ ਦਾ ਨਾਮ ਪਾਠੀ ਹੈ, ਉਹਨੂੰ ਪਾਠੀ ਕਿਹਾ ਜਾਂਦਾ ਹੈ। ਆਸ ਜਬ ਤਿਆਰੀ ਸਭ ਕੀ ਜਾਨੋ। ਇਸ ਤਰ੍ਹਾਂ ਜਦੋਂ ਸਾਰਾ ਕੜਾਹ ਪ੍ਰਸ਼ਾਦ ਆ ਗਿਆ, ਹੋਰ ਸਾਰੇ ਸਮੱਗਰੀ ਜੋ ਕੁਛ ਮਰਜ਼ਾਦਾ ਤਹਿਤ ਸਭ ਪਾਠੀ ਸਿੰਘ ਆ ਗਏ। ਜਦੋਂ ਐਸੀ ਸਾਰੀ ਤਿਆਰੀ ਹੋਈ, ਜਾਣ ਲਓ ਪਾਠ ਆਨੰਦ ਅਰਦਾਸ ਬਖਾਨੋ। ਤਾਂ ਆਨੰਦ ਸਾਹਿਬ ਬਾਣੀ ਦਾ ਪਾਠ ਕਰਕੇ ਅਰਦਾਸ ਕੀਤੀ ਜਾਵੇ। ਕਿ ਅੱਜ ਵੀ ਸੰਪਰਦਾ ਦੇ ਵਿੱਚ ਆਨੰਦ ਸਾਹਿਬ ਦਾ ਜਿਹੜਾ ਪਾਠ ਹੈ ਉਹ ਗੁਰਮੁਖੋ ਕੜਾਹ ਪ੍ਰਸ਼ਾਦ ਦੇ ਕੋਲ ਬੈਠ ਕੇ ਪਾਠੀ ਸਿੰਘ ਜਿਹੜਾ ਹੈ ਉਹ 40 ਪੌੜੀਆਂ ਕਰਦੇ ਆ। ਇਹ 6 ਵਾਲਾ ਤਾਂ ਪਤਾ ਨਹੀਂ ਕਦੋਂ ਕਿਵੇਂ ਕੀ ਰੀਤੀ ਚੱਲੀ ਹੈ, ਹੁਣ ਚੱਲੀ ਜਾਂਦੀ ਹੈ। ਅਸੀਂ ਤੁਸੀਂ ਸਾਰੇ ਜਾਂ ਕੀਰਤਨ ਸਮਾਪਤੀ ਤੇ ਵੀ ਇਹ ਜਿਹੜਾ ਹੈ ਲੇਕਿਨ ਜਦੋਂ ਸੰਪਰਦਾ ਦੇ ਵਿੱਚ ਕੋਈ ਤੁਸੀਂ ਟਕਸਾਲੀ ਪਾਠੀ ਵੇਖੋਗੇ ਉਹ ਜਪਜੀ ਸਾਹਿਬ ਪੜ੍ਹ ਕੇ ਸਮਾਪਤੀ ਕਰ ਦਿੰਦੇ ਆ। ਕਈ ਉੱਥੇ ਕਹਿਣਗੇ ਇਹਨਾਂ ਨੇ ਜੀ ਆਨੰਦ ਸਾਹਿਬ ਨਹੀਂ ਪੜ੍ਹਿਆ। ਉਹ ਭਾਈ ਉਹ ਤਾਂ ਕੜਾਹ ਪ੍ਰਸ਼ਾਦ ਦੇਗ ਲਿਆ ਕੇ ਕੋਲ ਬੈਠ ਕੇ 40 ਪੌੜੀਆਂ ਪਾਠ ਪੋਥੀ ਤੋਂ ਕਰ ਦਿੱਤਾ ਪਹਿਲਾਂ ਹੀ, ਗੁਟਕਾ ਪੋਥੀ ਲੈ ਕੇ। ਤੇ ਇਸ ਤਰ੍ਹਾਂ ਕਹਿੰਦਾ ਪਾਠ ਆਨੰਦ ਅਰਦਾਸ ਬਖਾਨੋ। ਆਨੰਦ ਸਾਹਿਬ ਬਾਣੀ ਦਾ ਪਾਠ ਕਰਕੇ ਫਿਰ ਮਹਾਰਾਜ ਕਹਿੰਦੇ ਅਰਦਾਸ ਕਰੋ। ਜਹਨ ਮਿੱਤ ਸੋ ਬਿਨਤੀ ਕੀਜੈ। ਫਿਰ ਜਿਸ ਨਿਮਿਤ ਕਰਾਇਆ ਜਾ ਰਿਹਾ ਹੈ ਉਹ ਫਿਰ ਅਰਦਾਸ ਦੇ ਵਿੱਚ ਬੇਨਤੀ ਕਰੋ। ਪੁਨਹ ਆਵਾਜ਼ ਗ੍ਰੰਥ ਤੇ ਲੀਜੈ। ਅਰਦਾਸ ਤੋਂ ਬਾਅਦ ਫਿਰ ਭਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਆਵਾਜ਼ਾਂ ਲੈਣਾ, ਹੁਕਮ ਮੁਖ ਵਾਕ ਲੈਣਾ ਹੈ। ਲੈ ਆਗਿਆ ਪੁਨ ਸੰਗਤ ਕੇਰੀ। ਤੇ ਆਵਾਜ਼ਾਂ ਲੈ ਕੇ ਫਿਰ ਸਾਰੀ ਸੰਗਤ ਤੋਂ ਲੈਣੀ ਆਗਿਆ। ਉਹ ਪੁਰਾਤਨ ਸਮੇਂ ਤੁਸੀਂ ਦੇਖੋ ਫਿਰ ਜਕਾਰਾ ਛੱਡਿਆ ਜਾਂਦਾ ਹੁੰਦਾ ਸੀ, ਬੋਲੇ ਸੋ ਨਿਹਾਲਦਾ। ਤੇ ਇਸ ਤਰ੍ਹਾਂ ਸੰਗਤ ਵੱਲੋਂ ਜਕਾਰੇ ਰੂਪ ਦੇ ਵਿੱਚ ਇਹ ਆਗਿਆ ਹੋ ਗਈ। ਕਰੈ ਆਰੰਭ ਸਾਧ ਤਿਸ ਬੇਰੀ। ਫਿਰ ਭਾਈ ਇਸ ਤਰ੍ਹਾਂ ਆਰੰਭ ਕਰਨਾ ਹੈ ਸਤਕਾਰ ਦੇ ਨਾਲ। ਉਸ ਸਮੇਂ ਇਹ ਆਰੰਭਤਾ ਕਰਨੀ ਹੈ। ਜਪ ਜੀ ਪਾਠ ਹੋਵੇ ਜਦ ਜਾਨ। ਜਦੋਂ ਜਾਣ ਲੋ ਕਿ ਜਪਜੀ ਸਾਹਿਬ ਦਾ ਪਾਠ ਹੋ ਗਿਆ, ਤਬ ਕੜਾਹ ਕੋ ਕਰੋ ਵਰਤਾਨ। ਤਾਂ ਫਿਰ ਕੜਾਹ ਪ੍ਰਸ਼ਾਦ ਵਰਤਾ ਦਿੱਤਾ ਜਾਵੇ। ਜਬ ਇੱਕ ਪਾਠੀ ਸ਼ਰਮ ਕੋ ਪਾਵੇ। ਇਹ ਹੁਣ ਜਿਵੇਂ ਆਪਾਂ 2 ਘੰਟੇ ਦੀ ਜਾਂ ਕਿਵੇਂ ਵੀ ਇਹ ਹੁਣ ਇਸ ਤਰ੍ਹਾਂ ਇਹ ਸਮਾਂ ਨਿਯਤ ਕਰ ਲਿਆ। ਇਹ ਤਾਂ ਹੌਲੀ ਹੌਲੀ ਚਲੋ ਪੰਥਕ ਤੌਰ ਤੇ ਰੀਤੀ ਬਣਾ ਲਈ ਨਾ ਕਿ 2 ਘੰਟੇ
ਇਹ ਹੈ। ਲੇਕਿਨ ਪੁਰਾਤਨ ਗ੍ਰੰਥਾਂ ਵਿੱਚ ਵੀ ਜਦੋਂ ਪਾਠੀ ਪਾਠ ਕਰਦਾ ਉਹਨੂੰ ਲੱਗੇ ਵੀ ਹੁਣ ਮੈਨੂੰ ਥਕਾਵਟ ਹੁੰਦੀ ਹੈ, ਬੈਠੇ ਨੂੰ ਸਮਾਂ ਹੋ ਗਿਆ ਹੈ। ਜਦ ਇੱਕ ਪਾਠੀ ਸ਼ਰਮ ਕੋ ਪਾਵੈ, ਜਦੋਂ ਇੱਕ ਪਾਠੀ ਪਾਠ ਕਰਦਾ, ਜਦੋਂ ਭਾਈ ਥਕੇਵਾਂ ਪਾਵੇ, ਡਿਊਟੀ ਤੇ ਥਕਾਵਟ ਪਾਵੇ, ਬੈਠੈ ਦੁਤੀਏ ਸੰਗ ਪੜਾਵੇ, ਤਾਂ ਬੈਠੇ ਨੇ ਹੀ ਦੂਜੇ ਦੇ ਨਾਲ ਉਹਨੂੰ ਪੜਾਉਣਾ, ਭਾਵ ਦੂਜੇ ਨੂੰ ਚੱਲਦੀ ਬਾਣੀ ਤੁਕ ਜਿਹੜੀ ਹੈ ਉਹ ਦੇ ਕਰਕੇ ਬੈਠ ਕੇ ਉਸ ਨੂੰ ਇਉਂ ਅੱਗੇ ਚੱਲਦੀ ਬਾਣੀ ਉਚਾਰਨ ਜਿਹੜਾ ਹੈ ਉਹ ਦੱਸ ਕੇ ਇਹ ਪਾਠੀ ਫਿਰ ਬੈਠ ਕੇ ਉੱਥੋਂ ਅੱਗੇ ਦੂਸਰਾ ਸ਼ੁਰੂ ਕਰ ਲੈਂਦਾ। ਜਿਵੇਂ ਰੌਲ ਬਦਲਦੀ ਹੈ ਤਾਂ ਤੁਸੀਂ ਹੁਣ ਸਾਰੇ ਜਾਣਦੇ ਹੋ, ਦੇਖਦੇ ਹੋ। ਇਹ ਮਰਜ਼ਾਦਾ ਹੈ। ਤਿਸ ਮੁਖ ਤੇ ਲੇਵੈ ਮੁਖ ਪਾਠ, ਇਉਂ ਉਹਦੇ ਨਾਲ ਪੜਦਾ ਹੀ ਉਹਦੇ ਮੁਖ ਤੋਂ ਹੀ ਅੱਗੇ ਨਾਲ ਆਪਣੇ ਮੁਖ ਤੇ ਉਹ ਪਾਠ ਲੈ ਲੈਣਾ ਹੈ। ਸਭ ਪਾਠਨ ਕਾ ਇਸ ਵਿਧ ਠਾਠ, ਇਹ ਤਾਂ ਸਾਰੇ ਪਾਠਾਂ ਦਾ ਹੀ ਇਹ ਵਿਧੀ ਮਰਜ਼ਾਦਾ ਹੈ। ਖੰਡਤ ਪਾਠ ਨ ਹੋਵਨ ਪਾਵੈ, ਮਹਾਰਾਜ ਕਹਿੰਦੇ ਜੋ ਪਾਠ ਹੈ ਭਾਈ ਅਖੰਡ ਪਾਠ, ਉਹ ਖੰਡਤ ਨਾ ਹੋਣਾ ਪਾਵੇ। ਰੈਨ ਦਿਵਸ ਇੱਕ ਸਮ ਹੋਇ ਜਾਵੇ, ਰਾਤ ਦਿਨ ਇਹ ਅਖੰਡ ਪਾਠ ਸਾਹਿਬ ਦੀ ਮਰਜ਼ਾਦਾ ਹੈ। ਇੱਕ ਸਮ ਲਗਾਤਾਰ ਹੋਈ ਜਾਵੇ। ਸੰਜ ਸਕਾਰੇ ਬਟੈ ਕਰਾਹੇ, ਸ਼ਾਮ ਨੂੰ ਤੇ ਸਵੇਰੇ ਤੇ ਸ਼ਾਮ ਜਿਹੜਾ ਹੈ, ਸੰਜ ਨਾਮ ਜਿਹੜਾ ਹੈ ਇਹ ਗੁਰਮੁਖੋ ਆ ਜਾਂਦਾ। ਸੰਧਿਆ ਕਹਿੰਦੇ ਸੰਜ ਸ਼ਾਮ ਸਵੇਰੇ, ਸਕਾਰ ਨਾਮ ਸਵੇਰ ਦਾ ਹੈ। ਸਵੇਰੇ ਅਤੇ ਸ਼ਾਮ ਬਟੈ ਕਰਾਹੇ, ਕੜਾਹ ਪ੍ਰਸਾਦ ਵਰਤਾਇਆ ਜਾਵੇ। ਹੋਵੇ ਤਿਆਰ ਜਬ ਪਾਠ ਸੁਆਹੀ, ਇਸ ਤਰ੍ਹਾਂ ਭਾਈ ਜਦੋਂ ਪਾਠਿਓਂ ਤਿਆਰ ਹੋ ਆਵੇ, ਭਾਵ ਕਿ ਜਦੋਂ ਭੋਗ ਵਾਲਾ ਦਿਨ ਹੈ, ਤਬ ਸੰਗਤ ਸਭ ਹੋਵੇ ਇਕੱਤਰ, ਤਾਂ ਹੋਰ ਸੰਗਤਾਂ ਸਾਰੇ ਭਾਈ ਇਕੱਠੇ ਹੋਣ। ਪਾਠਨ ਭੇਟ ਰੁਮਾਲ ਬਚਿੱਤਰ, ਸੋਹਣਾ ਸੁੰਦਰ ਰੁਮਾਲਾ ਸਾਹਿਬ ਪਾਠ ਦੀ ਭੇਟਾ ਰੂਪ ਦੇ ਵਿੱਚ ਗੁਰੂ ਸਾਹਿਬ ਨੂੰ ਭੇਟ ਕੀਤਾ ਜਾਵੇ। ਬਸਨ ਭੇਟ ਪ੍ਰਸਾਦ ਲਿਆਵੇ, ਫਿਰ ਬਸਤਰ ਇਤਿਆਦਿਕ ਭੇਟਾ ਵਾਸਤੇ ਤੇ ਪ੍ਰਸਾਦ ਲੈ ਕਰਕੇ ਆਵੇ। ਅੰਤ ਪਾਠ ਸੁਨ ਮਨ ਹਰ ਖਾਵੇ, ਇਸ ਤਰ੍ਹਾਂ ਭਾਈ ਅੰਤ ਪਾਠ ਸਾਰਾ ਭੋਗ ਤੱਕ ਜੋ ਪਾਠ ਹੈ ਉਹ ਸੁਣ ਕਰਕੇ ਭੋਗ ਦੇ ਸ਼ਲੋਕ 12 ਵਧੇਕ ਸ਼ਲੋਕ ਰਾਗਾਂ ਤੋਂ ਬਾਅਦ ਹੋਰ ਸਾਰੇ ਆ ਕੇ ਸੁਣ ਅੰਤ ਤੱਕ। ਇਹ ਅੰਤ ਸਮੇਂ ਸਮਾਪਤੀ ਪਾਠ ਸੁਣ ਮਨ ਦੀ ਖੁਸ਼ੀ ਪਾਵੇ, ਬਾਣੀ ਸੁਣ ਕੇ ਮਨ ਆਨੰਦ ਵਿੱਚ ਹੋਵੇ। ਪਵੈ ਭੋਗ ਅਰਦਾਸ ਪਨੀਜੈ, ਤੇ ਜਦੋਂ ਭੋਗ ਪਵੇ ਅਰਦਾਸ ਕੀਤੀ ਜਾਵੇ। ਹੇ ਗੁਰ ਮਨਸਾ ਪੂਰਨ ਕੀਜੈ, ਅਰਦਾਸ ਵਿੱਚ ਵੀ ਹੇ ਗੁਰੂ ਪਾਤਸ਼ਾਹ ਜੀ ਆ ਮਨੋਰਥ ਲਈ ਪਾਠ ਆਰੰਭ ਕਰਵਾਇਆ ਸੀ, ਕਿਰਪਾ ਕਰੋ ਸੇਵਕ ਦੀ ਮਨਸਾ ਪੂਰੀ ਕਰੋ। ਪੁਨਹਿ ਕਰਾਹ ਅੰਮ੍ਰਿਤ ਵਰਤਈਜੈ, ਪੁਨਹਿ ਕਰਾਹ ਅੰਮ੍ਰਿਤ ਵਰਤਈਐ, ਫਿਰ ਭਾਈ ਕੜਾਹ ਪ੍ਰਸਾਦ ਜੋ ਅੰਮ੍ਰਿਤ ਕੜਾਹ ਪ੍ਰਸਾਦ ਹੈ ਇਹ ਵਰਤਾਇਆ ਜਾਵੇ। ਮਨ ਪਾਵਨ ਜਿਸ ਤੈ ਸ਼ੁਭ ਲਈਐ, ਜਿਹਦੇ ਨਾਲ ਫਿਰ ਮਨ ਪਾਵਨ, ਜਿਹੜਾ ਭਾਈ ਮਨ ਨੂੰ ਪਵਿੱਤਰ ਕਰਕੇ ਸਾਰੇ ਅੰਮ੍ਰਿਤ ਪ੍ਰਸਾਦ ਪ੍ਰਾਪਤ ਕਰਨ, ਤੇ ਜੋ ਮਨ ਦੀ ਭਾਵਨਾ ਹੈ ਉਹ ਸਾਰੀ ਪ੍ਰਾਪਤ ਹੁੰਦੀ ਹੈ। ਜਸ ਮਨਸਾ ਕਰ ਪਾਠ ਕਰਾਵੇ, ਜਿਸ ਤਰ੍ਹਾਂ ਦੀ ਮਨਸਾ ਕਰਕੇ ਕੋਈ ਪਾਠ ਕਰਾਉਂਦਾ ਹੈ, ਤਸ ਫਲ ਸ੍ਰੀ ਸਤਿਗੁਰ ਤੇ ਪਾਵੇ, ਉਸਾ ਹੀ ਫਲ ਸ੍ਰੀ ਗੁਰੂ ਮਹਾਰਾਜ ਸਤਿਗੁਰੂ ਤੋਂ ਪ੍ਰਾਪਤ ਕਰ ਲਵੇਗਾ। ਮਹਿਮਾ ਪਾਠ ਅਖੰਡ ਮਹਾਨ, ਇਹ ਭਾਈ ਜੋ ਅਖੰਡ ਪਾਠ ਦੀ ਮਹਿਮਾ ਹੈ
ਸੰਤਰੇਣ ਜੀ ਕਹਿੰਦੇ ਉਹ ਤੇ ਬਹੁਤ ਮਹਾਨ ਹੈ। ਏਕ ਜੀਹੀ ਕਿਆ ਸਕੈ ਬਖਾਨ। ਇਹਨੂੰ ਕਹਿੰਦੇ ਸਾਡੇ ਜੀਵ ਇੱਕ ਜੀਵ ਨਾਲ ਕਿੰਨਾ ਕੁ ਬਖਿਆਨ ਕਰ ਸਕਦੇ ਹਨ। ਸੁਨੋ ਸਿੱਖ ਗੁਰ ਗਿਰਾ ਪਿਆਰੇ। ਐ ਭਾਈ ਗੁਰ ਸਿੱਖੋ, ਹੁਣ ਗੁਰੂ ਦੇ ਬਚਨ ਅੱਗੇ ਹੋਰ ਭਾਈ ਪਿਆਰੇ ਬਚਨ ਸਰਵਣ ਕਰੋ। ਸਪਤਾਹ ਪਾਠ ਕਾ ਸੋ ਪ੍ਰਕਾਰੇ। ਜੋ ਸਪਤਾਹ ਪਾਠ ਹੈ ਉਹ ਕਿਸ ਤਰ੍ਹਾਂ ਕਿਸ ਪ੍ਰਕਾਰ ਹੈ। ਅਖੰਡ ਪਾਠ ਆਰੰਭ ਜੋ ਕਹਿਓ। ਆਰੰਭ ਤਾਂ ਉਵੇਂ ਹੀ ਹੈ ਜਿਵੇਂ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੈ, ਉਵੇਂ ਪਾਠੀ ਸਿੰਘ ਆਉਣਾ ਤੇ ਸਾਰਾ ਜੋ ਕੁੰਭ ਹੋਰ ਸਾਰਾ ਮਰਜ਼ਾਦਾ ਸਹਿਤ ਕੜਾਹ ਪ੍ਰਸ਼ਾਦ ਇਤਿਆਦਿਕ। ਇਸੇ ਤਰ੍ਹਾਂ ਜਿਵੇਂ ਭਾਈ ਅਖੰਡ ਪਾਠ ਸਾਹਿਬ ਦੀ ਆਰੰਭਤਾ ਕਹੀ ਹੈ, ਸੋ ਸਪਤਾਹ ਪਾਠ ਕਾ ਲਹਿਓ, ਉਸੇ ਤਰ੍ਹਾਂ ਹੀ ਆਰੰਭਤਾ ਸਪਤਾਹ ਪਾਠ ਦੀ ਵੀ ਉਸੇ ਤਰ੍ਹਾਂ ਹੈ। ਖਾਟ ਦਿਨ ਪਾਠ ਹੋਵੇ ਇਸ ਕੇਰਾ। ਇਸ ਤਰ੍ਹਾਂ 6 ਦਿਨ ਇਹ ਜਿਹੜਾ ਹੈ ਪਾਠ ਹੁੰਦਾ ਹੈ। ਨਿਤ ਵਰਤ ਸੋ ਕੜਾਹ ਅਛੇਰਾ। ਤੇ ਭਾਈ ਚੰਗਾ ਜਿਹੜਾ ਕੜਾਹ ਪ੍ਰਸ਼ਾਦ ਰੋਜ਼ ਵਰਤੇ। ਸਪਤਮ ਦਿਨ ਪਰ ਭੋਗ ਪਵੀਜੈ। 7ਵੇਂ ਦਿਨ ਤੇ ਫਿਰ ਭੋਗ ਪਾਇਆ ਜਾਂਦਾ ਹੈ। ਭੇਟ ਰੁਮਾਲ ਗ੍ਰੰਥ ਜੀ ਕੀਜੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਟ ਕੀਤਾ ਜਾਵੇ। ਪਾਠਨ ਕੋ ਭੇਟਾ ਪੋਸ਼ਾਕਾ। ਪਾਠੀ ਸਿੰਘ ਨੂੰ ਭਾਈ ਪੁਸ਼ਾਕਾ ਉਹ ਭੇਟ ਕੀਤਾ ਜਾਵੇ। ਪੂਰੇ ਮਨੋਰਥ ਸਤਿਗੁਰ ਤਾਕਾ। ਜੋ ਭਾਈ ਸਤਿਗੁਰੂ ਫਿਰ ਉਸ ਪਰਿਵਾਰ ਦੇ ਮਨੋਰਥ ਨੂੰ ਪੂਰਾ ਕਰਦੇ ਆ। ਇਹ ਗੁਰਮੁਖਾਂ ਨੇ ਜਿਹੜੀ ਮਰਜ਼ਾਦਾ ਹੈ ਇਹ ਦੱਸੀ ਹੋਈ ਹੈ ਸਪਤਾਹ ਪਾਠ ਦੀ ਕਿ 204 ਅੰਗ ਰੋਜ਼ ਕਰਨੇ ਆ। ਤੇ ਜਿਵੇਂ ਜਿਸ ਦਿਨ ਆਰੰਭ ਕਰਨਾ ਹੈ ਗੁਰਮੁਖ ਹੁਣ ਇਹ ਦੱਸਦੇ ਨੇ ਕਿ ਇਉਂ ਪਾਠ ਕਰਿਆ ਕਰੋ। ਇਹ 204 ਅੰਗ ਕਰਨੇ ਆ। ਤੇ ਨਹੀਂ ਵੀ ਕਿਤੇ 300 ਕਰਦਾ ਕਿਤੇ 150 ਕਰਤਾ ਅੰਗ ਕਿਤੇ ਕਿਵੇਂ ਨਹੀਂ। ਔਰ ਉਹਦੇ ਲਈ ਵੀ ਇਹ ਹੈ ਕਿ ਪਾਠੀ ਸਿੰਘ ਜਾਂ ਇੱਕ ਹੈ ਜਾਂ 2 ਜਾਣੇ ਇੱਕ ਵੀ ਹੈ। ਜੇ 204 ਅੰਗ ਲਗਾਤਾਰ ਨਹੀਂ ਹੁੰਦੇ ਤਾਂ ਇਉਂ ਕਰ ਲਿਆ ਵੀ ਸਵੇਰੇ 102 ਅੰਗ ਇੱਕ ਵਾਰੀ ਪਹਿਲਾਂ ਤੇ 102 ਅੰਗ ਫੇਰ ਕਰਕੇ 204 ਅੰਗ ਕਰ ਲਏ ਤੇ 5 ਤੇ ਸਮਾਪਤੀ ਕਰਨੀ ਹੈ। ਉਸ ਦਿਨ ਵਿਸ਼ਰਾਮ ਦੇਣਾ 5 ਤੇ। ਜਿਵੇਂ 204 ਅੰਗ ਤੋਂ ਗਾਹਾਂ 5 ਤੇ ਜਾ ਕੇ ਜਿਹੜਾ ਸ਼ਬਦ ਸਮਾਪਤ ਹੁੰਦਾ ਉੱਥੇ ਜਾ ਕੇ ਵਿਸ਼ਰਾਮ ਦੇ ਲੈਣਾ ਹੈ। ਫਿਰ ਦੂਜੇ ਦਿਨ ਉੱਥੋਂ ਸ਼ੁਰੂ ਕਰਨਾ ਹੈ ਤਾਂ 204 ਅੰਗ ਵਿੱਚ ਹੋਰ ਜੋੜ ਲਓ 409 ਹੋ ਗਏ। ਤਾਂ ਜਿੱਥੇ ਸਮਾਪਤੀ ਵਿਸ਼ਰਾਮ ਦਿੱਤਾ ਸੀ ਉਦੋਂ ਅੱਗੇ ਇੱਕ ਸ਼ਬਦ ਹੋਰ ਕਰ ਦੇਣਾ। ਇੱਕ ਇੱਕ ਸ਼ਬਦ ਦਾ ਅੱਗੇ ਵਧਾਈ ਜਾਣਾ। ਇਸ ਤਰ੍ਹਾਂ ਸਮਝ ਵੀ ਜਿਵੇਂ 409 ਹੋ ਗਏ ਇੱਕ ਸ਼ਬਦ ਅੱਗੇ ਕਰ ਲੈਣਾ ਕਿਉਂਕਿ 204 ਦੇ ਹਿਸਾਬ ਨਾਲ 7 ਦਿਨਾਂ ਵਿੱਚ 1428 ਬਣੇ। ਜਿਹੜੇ 2 ਅੰਗ ਉੱਪਰ ਨੇ ਉਹ ਇੱਕ ਇੱਕ ਸ਼ਬਦ ਰੋਜ਼ ਅੱਗੇ ਕਰ ਕਰਕੇ ਵਿਸ਼ਰਾਮ ਦੇਈ ਜਾਵਾਂਗੇ ਉਹ ਹੋ ਜਾਂਦੇ ਆ। ਤੇ ਇਹ ਇੱਥੇ ਆਪਣੇ ਗੁਰਦੁਆਰਾ ਸਾਹਿਬ 2 ਪਾਠ ਜਿਹੜੇ ਆ ਅਸੀਂ ਕਰਵਾਏ ਆ। ਇਸ ਤਰ੍ਹਾਂ ਪਾਠੀ ਸਿੰਘ ਲਾ ਕੇ ਮਰਜ਼ਾਦਾ ਦੇ ਨਾਲ ਪੂਰੇ ਕਿ ਉਹ ਇੰਨਾ ਹੀ ਓਨਾ ਰੋਜ਼ ਹੋਣਾ ਹੈ, ਨਾ ਵੱਧ ਨਾ ਘੱਟ। ਇੱਕ ਸ਼ਬਦ ਅੱਗੇ ਹੋ ਕੇ ਵਿਸ਼ਰਾਮ ਕਰਨਾ ਰੋਜ਼। ਤੇ ਇਸ ਤਰ੍ਹਾਂ ਜਦੋਂ ਕਰਦੇ ਜਾਵਾਂਗੇ ਜਿਹੜੇ 2 ਅੰਗ ਉੱਪਰ ਆ ਉਹ ਨਾਲ ਦੀ ਨਾਲ ਹੋ ਜਾਣਾ ਕਵਰ। ਤੇ 409 ਹੈ। ਫਿਰ ਤੀਜੇ ਦਿਨ ਉਹਦੇ ਵਿੱਚ ਹੋਰ ਜੋ ਹੈ ਸ਼ਬਦ ਜਦੋਂ ਇੱਕ ਅੱਗੇ ਵਧਾ ਕੇ ਕਰਾਂਗੇ ਤੇ ਫਿਰ ਗੁਰਮੁਖੋ 613 ਉਹ ਜਾ ਕੇ ਹੌਲੀ ਹੌਲੀ 14 ਫਿਰ ਇੱਕ ਇੱਕ ਅਗਲੇ ਅੰਗ ਤੇ ਸ਼ਬਦ ਚਲਿਆ ਜਾਣਾ। ਇਸ ਤਰ੍ਹਾਂ ਜਿੱਥੇ ਅੱਜ ਵਿਸ਼ਰਾਮ ਦਿੱਤਾ ਕਹਿਣ ਦਾ ਭਾਵ ਹੈ 204 ਅੰਗ ਕਰਕੇ ਜਦੋਂ ਦੂਏ ਦਿਨ 204 ਅੰਗ ਕਰਨੇ ਆ ਉਹ ਕਰਕੇ ਜਿੱਥੇ ਅੱਜ ਵਿਸ਼ਰਾਮ ਸੀ ਅੰਗ ਦੇ
ਉਦੋਂ ਅਗਲਾ ਸ਼ਬਦ ਹੋਰ ਪੜ੍ਹ ਕੇ ਵਿਸਰਾਮ, ਤਾਂ ਫਿਰ ਜਿਹੜਾ ਹੈ 2 ਅੰਗ ਉੱਪਰ ਉਹ ਸਾਰੇ ਇਸ ਤਰ੍ਹਾਂ ਪਾਠ ਕਰਦਿਆਂ ਉਹ ਇੱਥੇ ਮੇਰੇ ਲਿਖੇ ਵੀ ਹੋਏ ਨੇ ਜਿਹੜੇ ਕਾਪੀ ਤੇ ਵੀ ਕਿੱਥੇ ਕਿੱਥੇ ਤੁਸੀਂ ਰੋਜ਼ ਜਿਹੜਾ ਵਿਸਰਾਮ ਦੇ ਕੇ ਪਾਠ ਕਰਨਾ ਹੈ। ਪਰ ਉਹ ਹੁਣ ਆਮ ਸਪਤਾਹ ਪਾਠ ਦਾ ਪਤਾ ਨਹੀਂ, ਬਹੁਤਾ ਨਹੀਂ ਕਰਦੇ ਜ਼ਿਆਦਾਤਰ, ਕਿਉਂਕਿ ਅਖੰਡ ਪਾਠ ਸਾਹਿਬ ਹੁੰਦਾ ਜਾਂ ਜੋ ਸਹਿਜ ਪਾਠ ਸਧਾਰਨ ਪਾਠ ਹੈ ਉਹ ਹੁੰਦਾ ਹੈ। ਤੋ ਇਹ ਸਪਤਾਹ ਦਾ ਮਤਲਬ 7ਵੇਂ ਦਿਨ ਭੋਗ ਪੈਣਾ ਹੈ। ਇਹਦੇ ਵਿੱਚ ਅਸੀਂ ਵਾਧਾ ਘਾਟਾ ਨਹੀਂ, ਸਪਤਾਹ ਤਾਂ ਹੀ ਇਹਦਾ ਨਾਮ ਬਣਿਆ ਕਿ 7 ਦਿਨਾਂ ਦੇ ਵਿੱਚ ਪਾਠ ਕਰਕੇ ਭੋਗ ਪਾ ਦੇਣਾ ਹੈ। ਕਿ ਇਹਨੂੰ ਫਿਰ ਸਮੇਂ ਨਾਲ ਹੀ ਆਰੰਭ ਕਰਨਾ ਪੈਂਦਾ ਅੰਮ੍ਰਿਤ ਵੇਲੇ, ਕਿਉਂਕਿ ਫਿਰ ਭੋਗ ਵਾਲੇ ਦਿਨ ਵੀ ਹੁਣ ਗੁਰਮੁਖਾਂ ਨਾਲ ਗੱਲ ਹੋਈ, ਉਹ ਕਹਿੰਦੇ ਵੀ ਭੋਗ ਵਾਲੇ ਦਿਨ ਵੀ 204 ਅੰਗ ਕਰਨੇ ਆ। ਫਿਰ ਉਸ ਦਿਨ ਤਾਂ ਬੜੇ ਅੰਮ੍ਰਿਤ ਵੇਲੇ ਟਾਈਮ ਨਾਲ ਆਰੰਭਤਾ ਹੋਊਗੀ, ਤਾਂ ਹੀ 10-11 ਵਜੇ ਤੱਕ ਭੋਗ ਪੈ ਸਕਦਾ ਹੈ। ਤੇ ਕਿਉਂ ਇਹ ਸਪਤਾਹ ਪਾਠ ਦੀ 7 ਦਿਨ ਇੱਕੋ ਜਿੰਨਾ ਪਾਠ ਕਰਨਾ, ਤੇ ਇਹ ਸਪਤਾਹ ਪਾਠ ਦੀ ਮਰਿਆਦਾ ਹੈ। ਤੇ ਨਾਲ ਭਾਈ ਮਹਾਰਾਜ ਕਹਿੰਦੇ ਫਿਰ ਕਿਰਪਾ ਕਰਦੇ, ਸਤਿਗੁਰੂ ਮਨੋਰਥ ਪੂਰੇ ਕਰਦਾ ਹੈ। ਪੂਰਾ ਮਨੋਰਥ ਸਤਿਗੁਰ ਤਾਕਾ, ਸਤਿਗੁਰੂ ਦੇ ਮਨੋਰਥਾਂ ਨੂੰ ਪੂਰਾ ਕਰਦੇ ਹਨ। ਸਾਧਾਰਨ ਅਬ ਪਾਠ ਸੁਨੋ ਸਭ, ਹੁਣ ਭਾਈ ਜੋ ਸਧਾਰਨ ਪਾਠ ਹੈ ਉਹ ਸਾਰਾ ਸੁਣ ਲਓ ਕਿਵੇਂ ਹੁੰਦਾ, ਕੀ ਹੈ, ਜਿਸ ਨੂੰ ਕਿ ਪਹਿਲਾਂ ਆਪ ਜੀ ਨਾਲ ਗੱਲ ਕਰ ਲਈ। ਸਧਾਰਨ ਕੋਈ ਮਾੜਾ ਸ਼ਬਦ ਨਹੀਂ, ਇਹ ਹੁਣ ਆਪਾਂ ਨੂੰ ਲੱਗਣ ਲੱਗ ਗਿਆ ਕਿਉਂਕਿ ਅਸੀਂ ਜੋੜ ਦੂਏ ਪਾਸੇ ਦਿੱਤਾ ਸ਼ਬਦ, ਤੇ ਇਸ ਕਰਕੇ ਫਿਰ ਆਪਾਂ ਸਹਿਜ ਪਾਠ ਕਹਿ ਦਿੰਦੇ ਆ। ਚਲੋ ਮਾੜਾ ਕੋਈ ਸ਼ਬਦ ਨਹੀਂ ਹੈ, ਜਿੰਨਾ ਕੋਈ ਭਾਸ਼ਾਵਾਂ ਸਮੇਂ ਦੇ ਨਾਲ ਆਪਾਂ ਆਪਦੇ ਵੱਲੋਂ ਕੋਸ਼ਿਸ਼ ਕਰਦੇ ਆ ਵੀ ਸਤਿਕਾਰ ਹੋਵੇ, ਜਿੰਨਾ ਕੋਈ ਸਤਿਕਾਰ ਵਾਲਾ ਸ਼ਬਦ ਆ ਉਹ ਬੋਲਿਆ ਜਾਵੇ। ਤੋ ਪੁਰਾਣੇ ਗ੍ਰੰਥਾਂ ਵਿੱਚ ਇਹੀ ਆਉਂਦਾ ਰਿਹਾ, ਜਿਹੜਾ ਰਹਿਤ ਮਰਜ਼ਾਦਾ ਵਿੱਚ ਵੀ ਸਧਾਰਨ ਪਾਠ ਇਹੀ ਲਿਖਿਆ ਹੈ। ਤੋ ਉਸ ਦੀ ਵੀ ਜੋ ਕੀ ਮਰਜ਼ਾਦਾ ਹੈ, ਕਰੈ ਆਰੰਭ ਪਾਠ ਕੋ ਜਬ ਤਬ, ਇਹ ਕਦੋਂ ਵੀ ਕਦੋਂ ਜਦ ਵੀ ਤੁਸੀਂ ਚਾਹੋ ਪਾਠ ਆਰੰਭ ਕਰ ਸਕਦੇ ਹੋ। ਕਰ ਕੜਾਹ ਭਾਖੈ ਅਰਦਾਸ, ਇਹ ਵੀ ਮਰਜ਼ਾਦਾ ਹੈ, ਕੜਾਹ ਪ੍ਰਸ਼ਾਦ ਤਿਆਰ ਕਰਕੇ ਅਰਦਾਸ ਕਰਨੀ। ਕਰੈ ਆਰੰਭ ਜੋ ਸੁਖ ਰਾਸ, ਫਿਰ ਆਰੰਭ ਕਰ ਲੋ ਜੋ ਤੁਹਾਨੂੰ ਭਾਈ ਸਮਾਂ ਠੀਕ ਲੱਗਿਆ, ਜੋ ਵੀ ਦਿਨ ਹੈ ਜਦੋਂ ਵੀ ਇਹ ਆਰੰਭ ਕਰ ਲੈਣਾ। ਜੇ ਤੱਕ ਦਿਨ ਮਹਿ ਪਠਿਓ ਸੋ ਜਾਏ, ਤੇ ਜਿੰਨਾ ਵੀ ਤੁਸੀਂ ਪੜ ਸਕਦੇ ਹੋ, ਇਹ ਹਰ ਇੱਕ ਗੁਰਸਿੱਖ ਲਈ ਹੈ। ਕਿ ਜਿਵੇਂ ਆਪਾਂ ਪੁਰਾਤਨ ਸਮਿਆਂ ਵਿੱਚ ਜੋ ਮਰਜ਼ਾਦਾ ਵਿੱਚ ਵੀ ਹੈ ਵੀ ਹਰ ਗੁਰਸਿੱਖ ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੇ, ਤੇ ਰੋਜ਼ ਉਹ ਜਿਹੜਾ ਹੈ ਕਿਤੇ 10 ਕਿਤੇ 20 ਜਾਂ 30 ਜਿੰਨੇ ਵੀ ਅੰਗ ਹੁੰਦੇ ਆ, ਉਨੇ ਕੋਈ ਪਰਿਵਾਰ ਹੁਣ ਹੈ, ਕੋਈ 1 ਮਹੀਨੇ ਵਿੱਚ ਭੋਗ ਪਾ ਲੈਂਦੇ ਆ, ਕੋਈ 2 ਮਹੀਨੇ ਲਾ ਲੈਂਦਾ, ਕੋਈ 20 ਦਿਨਾਂ ਵਿੱਚ, ਜਿੰਨਾ ਵੀ ਹੈ। ਇਹ ਕੋਈ ਜ਼ਰੂਰੀ ਨਹੀਂ ਵੀ ਜੇ ਪਿਛਲਾ ਪਾਠ ਆਪਾਂ 20 ਦਿਨ ਚ ਭੋਗ ਪਾਇਆ, ਗਾਂ ਵਾਲਾ ਵੀ, ਗਾਲੇ ਨੂੰ 22 ਦਿਨ ਵੀ ਲੱਗ ਸਕਦੇ, 18 ਦਿਨ ਚ ਵੀ ਭੋਗ ਪਾ ਸਕਦੇ ਆ, ਮਹੀਨਾ ਵੀ। ਇਹ ਸਮਾਂ ਕਹਿਣ ਦਾ ਭਾਵ ਇਹਦੇ ਚ ਕੋਈ ਬੰਧਨ ਨਹੀਂ ਹੈ ਕਿ ਇੰਨੇ ਹੀ ਦਿਨ ਵਿੱਚ ਐ ਹੋਣਾ ਚਾਹੀਦਾ ਹੈ। ਤੇ ਹੁਣ ਫਿਰ ਉਹ ਸਾਰਾ ਜਿਹੜਾ ਸੀ, ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਹੀ ਪ੍ਰਕਾਸ਼ ਹੁੰਦੇ ਸਨ ਘਰਾਂ ਦੇ ਵਿੱਚ, ਕਿਉਂਕਿ ਹੁਕਮ ਇਹ ਸੀ ਹਰ ਗੁਰਸਿੱਖ ਦੇ ਘਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ। ਹੌਲੀ ਹੌਲੀ ਫਿਰ ਇਹ ਹੋ ਗਿਆ ਵੀ ਆਪਾਂ ਸਤਿਕਾਰ ਰੱਖਣੋਂ ਹਟ ਗਏ। ਫਿਰ ਸਾਡੇ ਲਈ ਸੁਖੈਨ ਗੁਰਮੁਖਾਂ ਚਲੋ ਪੰਥਕ ਰੀਤਾਂ ਮੁਤਾਬਕ ਇਹ ਹੋ ਗਿਆ ਕਿ ਭਾਈ ਇਉਂ ਕਰੋ, 2 ਭਾਗਾਂ ਚ ਪੋਥੀਆਂ ਜਿਹੜਾ ਹੈ 2 ਭਾਗ ਸਰੂਪ ਨੇ ਉਹ ਪ੍ਰਕਾਸ਼ ਕਰ ਲੋ। ਉਹਦੀ ਮਰਜ਼ਾਦਾ ਕੀ ਹੈ ਜੋ ਪਾਠ ਦੀ, ਕਿ ਜਿਹੜਾ ਹੁਕਮਨਾਮਾ ਅਰਦਾਸ ਬੇਨਤੀ ਤੇ ਹੁਕਮ ਮੁੱਖ ਵਾਕ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਲੈਣਾ ਹੈ। ਇਹ ਧਿਆਨ ਰੱਖਣਾ ਹੈ ਕਿ ਇਹ ਨਹੀਂ ਹੈ ਵੀ ਪੋਥੀਆਂ ਆਪਣੇ ਘਰ ਜਾਂ 4 ਭਾਗ ਆ ਜਾਂ 2 ਭਾਗ ਆ, ਆਪਾਂ ਉੱਥੋਂ ਹੀ ਅਰਦਾਸ ਕਰ ਲਈ ਉੱਥੇ। ਉਹ ਅਰਦਾਸ ਬੇਨਤੀ ਪਰਮੇਸ਼ਰ ਅੱਗੇ ਹਰ ਸਮੇਂ ਕਰਨੀ ਹੈ, ਜਦੋਂ ਆਰੰਭ ਕਰਨਾ ਅਰਦਾਸ ਕਰਨੀ ਸਮਾਂ। ਲੇਕਿਨ ਜਿਹੜਾ ਆਰੰਭਤਾ ਦਾ ਹੈ ਉਹ ਅਰਦਾਸ ਔਰ ਮੁੱਖ ਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਲੈਣਾ, ਪੂਰਨ ਸਰੂਪ ਤੋਂ। ਤੇ 18 10 20 ਤੱਕ ਪੜ ਲੈਣਾ ਘਰੇ,
ਭੋਗ ਫੇਰ ਉਹ ਕਰਕੇ ਅਰਦਾਸ ਸਮਾਪਤੀ ਭੋਗ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਕਰਕੇ ਮੁੱਖ ਵਾ ਕੇ ਉਹਦੇ ਲਈ ਹੁਣ ਆਪਾਂ ਮੇਰੇ ਆਰੰਭਤਾ ਔਰ ਗੁਰੂ ਘਰ ਆਪ ਵੀ ਕਰ ਸਕਦੇ ਹਾਂ ਤੇ ਉਸ ਤੋਂ ਬਾਅਦ ਪੋਥੀਆਂ ਦੇ ਉੱਤੇ ਘਰ ਜਿਹੜਾ ਹੈ ਪਾਠ ਕਰੀਏ। ਬਹੁਤ ਪਰਿਵਾਰ ਕਰਦੇ ਆ, ਭਾਗਾਂ ਵਾਲੇ ਹਨ ਜਿਹੜੇ ਕਰਦੇ ਨੇ, 4 ਭਾਗਾਂ ਤੋਂ ਵੀ ਕਰਦੇ, 2 ਭਾਗ ਤੋਂ 2 ਤੋਂ ਆਏ ਆ ਵੀ ਸਰਲ ਵਧੀਆ ਲੱਗਦਾ। ਉਸੇ ਤਰ੍ਹਾਂ ਜਿਹੜਾ ਹੈ ਸਤਿਕਾਰ ਪੋਥੀ ਦਾ ਵੀ ਪੂਰਨ ਕਰਨਾ ਹੈ। ਇਹ ਨਹੀਂ ਹੈ ਵੀ ਇਹ ਪੋਥੀ ਹੈ ਇਹਦਾ ਹੁਣ ਘੱਟ ਜੂ ਕੰਮ ਨਹੀਂ। ਜਿੰਨਾ ਵੱਧ ਤੋਂ ਵੱਧ ਚੰਗਾ ਸੋਹਣਾ ਮੰਜੀ ਸਾਹਿਬ ਲਾ ਕੇ, ਸੋਹਣੇ ਗੱਦੇ ਲਾ ਕੇ ਪੋਥੀ ਸਾਹਿਬ ਵੀ ਪੂਰੇ ਸਤਿਕਾਰ ਦੇ ਨਾਲ ਹੀ ਪ੍ਰਕਾਸ਼ ਕਰਨੀ ਹੈ। ਤੋ ਇਹ ਤਾਂ ਹੁਣ ਦੀ ਗੱਲ ਆ ਗਈ। ਜੋ ਪੁਰਾਤਨ ਸਮੇਂ ਦੇ ਵਿੱਚ ਇਹ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਘਰਾਂ ਵਿੱਚ ਪ੍ਰਕਾਸ਼ ਹੁੰਦੇ ਸਨ। ਤੋ ਇਹ ਭਾਈ ਇਸੇ ਤਰ੍ਹਾਂ ਹੀ ਆਰੰਭ ਕਰਨਾ ਹੈ। ਕੜਾ ਕਰ ਕੜਾ ਭਾਖੈ ਅਰਦਾਸ ਕਰੈ ਆਰੰਭ ਜੋ ਸੁਖ ਰਾਸ। ਜੋ ਵੀ ਤੁਹਾਨੂੰ ਸੁਖਦਾਇਕ ਲੱਗਦਾ ਹੈ ਉਸ ਦਿਨ ਆਰੰਭ ਕਰ ਲਓ। ਜੇ ਤੱਕ ਦਿਨ ਮਹਿ ਪਠਿਓ ਸੋ ਜਾਏ। ਮਹਾਰਾਜ ਕਹਿੰਦੇ ਭਾਈ ਗੁਰਸਿੱਖੋ ਜਿੰਨੇ ਵੀ ਦਿਨਾਂ ਵਿੱਚ ਤੁਹਾਤੋਂ ਬਾਣੀ ਪੜ੍ਹੀ ਜਾਂਦੀ ਹੈ, ਪਾਠ ਹੁੰਦਾ ਹੈ, ਉਹ ਪੜ੍ਹ ਲੈਣਾ ਹੈ। ਨਹਿ ਵਿਚਾਰ ਕਛ ਇਸੈ ਲਖਾਏ। ਇਸ ਤੇ ਕੋਈ ਵਿਚਾਰ ਨਹੀਂ ਕਰਨੀ ਹੈ ਕਿ ਇੰਨੇ ਦਿਨ ਨਹੀਂ। ਕਿਉਂਕਿ ਤੁਸੀਂ ਉਹ ਜਿਹੜਾ ਹੈ ਆਪਾਂ ਗੱਲ ਕਰ ਲਈ ਹੈ ਕਿ ਜਿੰਨੇ ਵੀ ਸਮੇਂ ਦੇ ਨਾਲ ਸਮਾਂ ਕੱਢ ਕਰਕੇ ਅੰਗ ਹੁੰਦੇ ਆ ਉਹਨੇ ਕਰੀ ਜਾਣੇ ਆ ਤੇ ਕੋਈ ਮਿਥਿਆ ਦਿਨ ਨਹੀਂ, ਮਿਥਨਾ ਨਹੀਂ। ਜਿੱਦਾਂ ਦੇਖਿਆ ਸੰਪੂਰਨ ਹੋ ਗਿਆ, ਭੋਗ ਪਾ ਲਿਆ। ਇਹ ਇਸ ਤਰ੍ਹਾਂ ਮਹਾਰਾਜ ਨੇ ਪੁਰਾਤਨ ਸਮਿਆਂ ਤੋਂ ਮਰਜ਼ਾਦਾ ਦੱਸੀ ਹੈ। ਹੋਵੇ ਤਿਆਰ ਤਬ ਕੜਾਹ ਕਰੀਜੈ। ਭੋਗ ਪਾਉਣਾ ਹੈ ਜਦੋਂ ਫਿਰ ਭਾਈ ਕੜਾਹ ਪ੍ਰਸ਼ਾਦ ਜਦੋਂ ਹੋਵੇ ਤਿਆਰ, ਪਾਠ ਹੋ ਗਿਆ ਤਾਂ ਕੜਾਹ ਪ੍ਰਸ਼ਾਦ ਤਿਆਰ ਕਰਨਾ ਹੈ। ਭੋਗ ਪਾਏ ਭੇਟਾ ਸ਼ੁਭ ਦੀਜੈ। ਭੋਗ ਪਾਉਣਾ ਸ਼ੁਭ ਭੇਟਾ ਮਹਾਰਾਜ ਨੂੰ ਜੋ ਮਾਇਆ ਦੀ ਰੁਮਾਲਾ ਸਾਹਿਬ ਇਤਿਆਦਿਕ ਦੇਣਾ ਹੈ। ਆਸ ਪ੍ਰਕਾਰ ਜਬ ਗੁਰੂ ਸੁਨਾਈ। ਇਸ ਤਰ੍ਹਾਂ ਜਦੋਂ ਗੁਰੂ ਸਾਹਿਬ ਨੇ ਇਹ ਸਾਰੀ ਮਰਜ਼ਾਦਾ ਸੁਣਾਈ ਹੈ। ਭੇਟਾ ਸੰਗਤ ਅਨਕ ਚੜਾਈ। ਸੰਗਤਾਂ ਨੇ ਬੇਅੰਤ ਭੇਟਾ ਗੁਰੂ ਗ੍ਰੰਥ ਸਾਹਿਬ ਜੀ ਅੱਗੇ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਅੱਗੇ, ਪੋਥੀ ਪਰਮੇਸ਼ਰ ਕਾ ਥਾਨ ਸਤਿਗੁਰੂ ਅੱਗੇ ਚੜਾਈ ਹੈ। ਬ੍ਰਿਧ ਤੇ ਤਬ ਗੁਰ ਆਨੰਦ ਪੜਾਵਾ। ਤਾਂ ਫਿਰ ਬਾਬਾ ਬੁੱਢਾ ਜੀ ਨੂੰ ਕਿਹਾ। ਬਾਬਾ ਬੁੱਢਾ ਜੀ ਤੋਂ ਗੁਰੂ ਸਾਹਿਬ ਨੇ ਆਨੰਦ ਸਾਹਿਬ ਪਾਠ ਕਰਵਾਇਆ। ਕਰ ਅਰਦਾਸ ਪ੍ਰਸਾਦ ਵਰਤਾਵਾ। ਤੇ ਅਰਦਾਸ ਕੀਤੀ ਔਰ ਪ੍ਰਸਾਦ ਵਰਤਾ ਦਿੱਤਾ। ਇਹ ਭਾਦਰੋਂ ਸੁਦੀ ਏਕਮ ਵਾਲੇ ਦਿਨ ਇਉਂ ਹੋਇਆ ਹੀ ਨਹੀਂ ਵੀ ਪ੍ਰਕਾਸ਼ ਕਰ ਲਿਆ, ਹੁਕਮਨਾਮਾ ਲੈ ਲਿਆ ਤੇ ਉਸੇ ਉਹਦੇ ਸਾਰਾ ਦਿਨ ਇਸ ਰੀਤੀ ਮਰਜ਼ਾਦਾ ਸਭ ਕੁਝ ਸੰਗਤਾਂ ਨੂੰ ਦੱਸਣ ਵਿੱਚ ਮਹਾਰਾਜ ਨੇ ਦੀਵਾਨ ਸਜਾ ਕੇ ਸਭ ਕੁਝ ਦੱਸਿਆ ਉਹਦੇ ਕਿ ਐਂ ਕਰਨਾ, ਆਹ ਹੋਣਾ। ਤੇ ਇਉਂ ਸਮਾਪਤੀ ਕਰ ਅਰਦਾਸ ਕੀਤੀ, ਪ੍ਰਸ਼ਾਦ ਵਰਤਾਇਆ ਹੈ। ਤਬ ਬੰਨੋ ਕਰ ਜੋਰ ਉਚਾਰੇ। ਤਦ ਭਾਈ ਬੰਨੋ ਜੀ ਨੇ ਹੱਥ ਜੋੜ ਬੇਨਤੀ ਕੀਤੀ। ਦੇਹੋ ਆਗਿਆ ਮੈਂ ਜਾਉ ਅਗਾਰੇ। ਮਹਾਰਾਜ ਆਗਿਆ ਦਿਓ ਮੈਂ ਹੁਣ ਅੱਗੇ ਜਾਵਾਂ। ਦੇ ਆਗਿਆ ਸੋ ਗ੍ਰੰਥ ਭੇਦੀਨਾ। ਮਹਾਰਾਜ ਨੇ ਆਗਿਆ ਦੇ ਦਿੱਤੀ। ਜੋ ਉਤਾਰਾ ਭਾਈ ਬੰਨੋ ਜੀ ਨੇ ਕਰਵਾਇਆ ਉਹ ਵੀ ਉਹਨਾਂ ਨੂੰ ਜੋ ਗ੍ਰੰਥ ਹੈ ਸੌਂਪ ਦਿੱਤਾ ਹੈ। ਬੰਦ ਚਰਨ ਗੁਰ ਭਇਓ ਪ੍ਰਸੀਨਾ। ਭਾਈ ਬੰਨੋ ਜੀ ਨੇ ਸਤਿਗੁਰਾਂ ਦੇ ਚਰਨਾਂ ਤੇ ਬੰਦਨਾ ਕੀਤੀ ਔਰ ਪ੍ਰਸੰਨ ਹੋਏ। ਲੇ ਖਾਸਾ ਬਹੁ ਸ਼ਬਦ ਪੜਾਈ। ਪਾਲਕੀ ਲੈ ਕਰਕੇ ਬਹੁਤ ਸ਼ਬਦ ਪੜ੍ਹਦੇ ਹੋਏ। ਨਿਜ ਗ੍ਰਹਿ ਔਰ ਚੱਲਾ ਸੁਖ ਪਾਈ। ਆਪਣੇ ਘਰ ਵੱਲ ਨੂੰ ਭਾਈ ਸੁਖ ਪਾ ਕਰਕੇ ਚੱਲ ਪਏ। ਮਾਂਗਟ ਖਾਰੀ ਆਏ ਉਤਾਰਾ। ਤਾਂ ਮਾਂਗਟ ਖਾਰੀ ਆਏ ਉਤਾਰਾ
ਇਹ ਖਾਰੀ ਬੀੜ ਵੀ ਉਸ ਨੂੰ ਕਹਿੰਦਾ, ਕਿਉਂਕਿ ਪਿੰਡ ਦਾ ਨਾਂ ਮੰਗਟ ਖਾਰੀ ਸੀ ਤੇ ਉਹ ਨਗਰ ਵਿੱਚ ਆ ਕੇ ਉਤਾਰਾ ਕੀਤਾ। ਧਰਮਸਾਲ ਰਚ ਭਲੀ ਪ੍ਰਕਾਰ, ਭਲੀ ਪ੍ਰਕਾਰ ਸੋਹਣੀ ਧਰਮਸਾਲ ਬਣਾਈ। ਥਾਪ ਗ੍ਰੰਥ ਸਾਹਿਬ ਹੁਲਸਾਇਓ, ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉੱਥੇ ਸਥਾਪਨ ਕੀਤਾ। ਬਹੁਤ ਪ੍ਰਸੰਨ ਹੋਇਆ। ਭਾਈ ਬੰਨੋ ਜਗ ਪ੍ਰਗਟਾਇਓ, ਜਿਉਂ ਭਾਈ ਬੰਨੋ ਜੀ ਜਗਤ ਦੇ ਵਿੱਚ ਪ੍ਰਗਟ ਹੋਏ। ਇਤ ਹਰ ਮੰਦਰ ਗੁਰੂ ਬਿਰਾਜੇ, ਇਧਰ ਭਾਈ ਗੁਰੂ ਸਾਹਿਬ ਹਰਮੰਦਰ ਸਾਹਿਬ ਵਿੱਚ ਬਿਰਾਜਮਾਨ ਨੇ। ਜਿਸ ਕੋ ਦੇਖ ਸੁਰਪੁਰੀ ਲਾਜੇ, ਇਉਂ ਹਰਮੰਦਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਸ਼ੁਰੂ ਕਰ ਦਿੱਤਾ। ਇੰਨੇ ਸੋਭਾ ਮਹਿਮਾ ਹਰਮੰਦਰ ਸਾਹਿਬ ਦੀ, ਜਿਸ ਨੂੰ ਦੇਖ ਕੇ ਦੇਵਤਿਆਂ ਦੀਆਂ ਪੁਰੀਆਂ ਵੀ ਲੱਜਾ ਖਾਂਦੀਆਂ, ਸ਼ਰਮ ਖਾਂਦੀਆਂ। ਸਭ ਸਥਾਨ ਕੀ ਸ੍ਰੀ ਚਾਲ ਆਈ, ਸਾਰੇ ਜਗ੍ਹਾ ਦੀ ਸ੍ਰੀ ਇੱਥੇ ਅਰਥ ਹੈ ਮਾਇਆ, ਦੇਖੋ ਚੱਲ ਕੇ ਆ ਗਈ। ਸ੍ਰੀ ਹਰਮੰਦਰ ਆਨ ਬਸਾਈ, ਸਾਰੇ ਆ ਕੇ ਸ੍ਰੀ ਹਰਮੰਦਰ ਸਾਹਿਬ ਵਿੱਚ ਹੀ ਵਸ ਗਈ। ਧੰਨ ਧੰਨ ਸ੍ਰੀ ਗੁਰ ਦਰਬਾਰਾ, ਗੁਰੂ ਮਹਾਰਾਜ ਦਾ ਇਹ ਦਰਬਾਰ ਭਾਈ ਧੰਨ ਹੈ, ਧੰਨਤਾ ਦੇ ਯੋਗ ਹੈ। ਪਈਅਤ ਜਹਾਂ ਪਦਾਰਥ ਚਾਰਾ, ਜਿੱਥੇ ਚਾਰੇ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ ਸ੍ਰੀ ਹਰਮੰਦਰ ਸਾਹਿਬ। ਇਮ ਉਤਸ਼ਾਹਤ ਦਿਵਸ ਬਿਤਾਏ, ਇਸ ਤਰ੍ਹਾਂ ਉਤਸ਼ਾਹ ਦੇ ਨਾਲ ਜਿਹੜੇ ਦਿਨ ਹਨ ਉਹ ਭਾਈ ਬਤੀਤ ਕੀਤੇ। ਭਾਵ ਦਿਨ ਉਤਸ਼ਾਹ ਦੇ ਨਾਲ ਜੋ ਹੈ ਉਹ ਲੰਘ ਰਹੇ ਹਨ। ਬਹੁਤ ਦਿਨ ਜਿਹੜਾ ਉਸ ਦਿਨ ਸਾਰਾ ਉਤਸ਼ਾਹ ਦੇ ਨਾਲ ਹੀ ਬਤੀਤ ਹੋਇਆ। ਸੰਧਿਆ ਭੀ ਰਹਿ ਰਾਸ ਪਠਾਏ, ਤੇ ਸੰਧਿਆ ਹੋਈ ਹੈ, ਰਹਿ ਰਾਸ ਸਾਹਿਬ ਦਾ ਪਾਠ ਹੋਇਆ। ਸ੍ਰੀ ਸਤਿਗੁਰ ਬ੍ਰਿਧ ਬੂਝੇ ਤਬੈ, ਤਾਂ ਫਿਰ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਬਾਬਾ ਬੁੱਢਾ ਜੀ ਨੇ ਪੁੱਛਿਆ, ਗ੍ਰੰਥ ਰਹਿ ਕਿਤ ਨਿਸ ਮਹਿ ਆਵੇ। ਮਹਾਰਾਜ ਜੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਹੁਣ ਰਾਤ ਨੂੰ ਕਿਸ ਜਗ੍ਹਾ ਸੁਸ਼ੋਭਤ ਹੋਣ। ਸ੍ਰੀ ਗੁਰ ਕਹਿਓ ਪ੍ਰਭੂ ਦਰਬਾਰਾ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਬਾਬਾ ਬੁੱਢਾ ਜੀ ਇਹ ਪਰਮੇਸ਼ਰ ਦਾ ਦਰਬਾਰ ਹੈ। ਗ੍ਰੰਥ ਪਰਮੇਸ਼ਰ ਕੋ ਅਵਤਾਰਾ, ਇਹ ਜੋ ਗੁਰੂ ਗ੍ਰੰਥ ਸਾਹਿਬ ਹੈ ਪਰਮੇਸ਼ਰ ਦਾ ਹੀ ਅਵਤਾਰ ਹੈ। ਸਵਾ ਜਾਮ ਜਾਮਨ ਜਬ ਜਾਏ, ਜਦੋਂ ਸਵਾ ਪਹਿਰ ਰਾਤ ਚਲੀ ਜਾਵੇ। ਪਠਹਿ ਸੋਹਿਲਾ ਕੀਰਤਨ ਗਾਏ, 16 ਸਾਹਿਬ ਪਾਠ ਕੀਤਾ ਜਾਵੇ, ਕੀਰਤਨ ਗਾਇਨ ਕੀਤਾ ਜਾਵੇ। ਬਹੁਰੋ ਲੈ ਜਾਵੋ ਅਸਵਾਰਾ, ਫੇਰ ਗੁਰੂ ਸਾਹਿਬ ਦਾ ਸਵਾਰਾ ਲਿਜਾ ਕਰਕੇ। ਜਿਸੀ ਕੋਠੜੀ ਰਹਿਣ ਹਮਾਰਾ, ਜਿਸ ਕੋਠੜੀ ਵਿੱਚ ਸਾਡਾ ਰਾਤ ਨੂੰ ਅਸੀਂ ਰਹਿੰਦੇ ਹਾਂ। ਤਾਹਾ ਨਿਵਾਸ ਕਰੋ ਜੋਤਮਾਨ, ਉੱਥੇ ਜਾ ਕਰਕੇ ਭਾਈ ਸਤਿਕਾਰ ਨਾਲ ਨਿਵਾਸ ਕਰਨਾ ਹੈ। ਜਾਂ ਤਹਾਂ ਨਿਵਾਸ ਕਰੋ ਜੋਤਮਾਨ, ਉੱਥੇ ਦੋਵੇਂ ਅਸੀਂ ਮਹਾਰਾਜ ਕਹਿੰਦੇ ਅਸੀਂ ਵੀ ਨਾਲ ਹੀ ਨਿਵਾਸ ਕਰਾਂਗੇ। ਸਵਾ ਜਾਮ ਜਾਮਨ ਰਹਿ ਆਨ, ਫਿਰ ਜਦੋਂ ਸਵਾ ਪਹਿਰ ਰਾਤ ਰਹਿ ਜਾਵੇ। ਸ੍ਰੀ ਹਰ ਮੰਦਰ ਤਵੈ ਸ਼ਨਾਨੋ, ਫਿਰ ਭਾਈ ਸ੍ਰੀ ਹਰਮੰਦਰ ਸਾਹਿਬ ਇਸ਼ਨਾਨ ਕਰਵਾਇਆ ਜਾਵੇ। ਫਰਸ਼ ਅਨੇਕ ਭਾਂਤ ਕੇ ਠਾਨੋ, ਤੇ ਅਨੇਕਾਂ ਤਰ੍ਹਾਂ ਦੇ ਫਰਸ਼ ਵਿਛਾਉਣੇ ਉਹ ਵਿਛਾਏ ਜਾਣ। ਇਹ ਮਹਾਰਾਜ ਨੇ ਫਿਰ ਸ਼ਾਮ ਤੋਂ ਬਾਅਦ ਸਵੇਰੇ ਕਿਵੇਂ ਪ੍ਰਕਾਸ਼ ਕਰਨਾ ਹੈ ਉਹ ਸਤਿਗੁਰੂ ਨੇ ਮਰਜ਼ਾਦਾ ਦੱਸੀ ਹੈ। ਆਓ ਹੁਣ ਟਾਈਮ ਹੋ ਗਿਆ ਹੈ ਸਮਾਪਤੀ ਦਾ, ਇੱਥੇ ਹੀ ਆਪਾਂ ਸਮਾਪਤੀ, ਕੱਲ ਇੱਥੋਂ ਅੱਗੇ ਗੱਲ ਵਿਚਾਰ ਸ਼ੁਰੂ ਕਰ ਲਵਾਂਗੇ ਕਿ ਮਹਾਰਾਜ ਨੇ ਜੋ ਉਪਦੇਸ਼ ਦਿੱਤਾ। ਭੁੱਲ ਚੁੱਕ ਦੀ ਖਿਮਾ, ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ।
ਜੋ ਸਰਧਾ ਕਰ ਸੇਵ ਦੇ ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।